ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗੁਰ ਕੀ ਮਹਿਮਾ ਕਿਆ ਕਹਾਂ ਗੁਰ ਬਬੇਕ ਸਤ ਸਰ ਉਹ ਆਦ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ ਧਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰ ਧਨ ਜੀਓ ਜਿਹ ਤਿਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਮੁੱਚੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿਤ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿਖੇ ਸੁਭਾਈਮਾਨ ਹੋ ਕਰਕੇ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹੋ। ਸਤਿਗੁਰੂ ਜੀ ਦੀ ਅਕਾਲੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਲੜੀਵਾਰ ਕਥਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਨੂੰ ਪ੍ਰਗਟ ਕਰਨ ਦੀ ਆਪ ਜੀ ਸਰਵਣ ਕਰ ਰਹੇ ਹੋ। ਪਰ ਕੁਝ ਦਿਨ ਉਸ ਕਥਾ ਨੂੰ ਵਿਰਾਮ ਦੇ ਕੇ ਪੋਹ ਦਾ ਜਿਹੜਾ ਇੱਕ ਹਫ਼ਤਾ ਹੈ ਉਹ ਗੁਰੂ ਕੇ ਸਿੱਖਾਂ ਵਾਸਤੇ
ਬਹੁਤ ਹੀ ਬੈਰਾਗਮਈ ਹਫ਼ਤੇ ਤੋਂ ਜਾਣਿਆ ਜਾਂਦਾ ਹੈ। ਪੁਰਾਤਨ ਸਮੇਂ ਵਿੱਚ ਇਸ ਹਫ਼ਤੇ ਦੇ ਵਿੱਚ ਗੁਰੂ ਕੇ ਪਿਆਰੇ ਘਰ ਵਿੱਚ ਕੋਈ ਖੁਸ਼ੀ ਦਾ ਸਮਾਗਮ ਨਹੀਂ ਸੀ ਰੱਖਦੇ। ਇਸ ਹਫ਼ਤੇ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਪੁਰਾਤਨ ਸਿੱਖ ਬਿਸਤਰਿਆਂ 'ਤੇ ਰਾਤ ਨੂੰ ਆਰਾਮ ਨਹੀਂ ਸੀ ਕਰਦੇ। ਰਾਤ ਨੂੰ ਸੌਣ ਵਾਸਤੇ ਜਿਹੜੇ ਬਿਸਤਰੇ ਸਨ ਉਹ ਧਰਤੀ 'ਤੇ ਵਿਛਾਏ ਜਾਂਦੇ ਸਨ। ਮਹਾਰਾਜ ਸਾਹਿਬ ਜੀ ਦਾ ਮਹਾਨ ਪਵਿੱਤਰ ਇਤਿਹਾਸ, ਜਿਵੇਂ ਭਾਈ ਸਾਹਿਬ ਜੀ ਹੁਣੇ ਆਪ ਜੀ ਨੂੰ ਕਹਿ ਕੇ ਗਏ ਨੇ, ਇਹਨਾਂ ਪੋਹ ਦੀਆਂ ਰਾਤਾਂ ਦਾ ਸਾਡੇ ਸਿੱਖਾਂ ਦੇ ਉੱਤੇ ਬਹੁਤ ਵੱਡਾ ਪਰਉਪਕਾਰ ਹੈ। ਜੇ ਗੁਰੂ ਸਾਹਿਬ ਚਮਕੌਰ ਸਾਹਿਬ ਜੀ ਦੀ ਕੱਚੀ ਗੜੀ ਦੇ ਵਿੱਚ ਰਾਤ ਨਾ ਕੱਟਦੇ, ਸਾਹਿਬਜ਼ਾਦੇ ਉੱਥੇ ਸ਼ਹੀਦ ਨਾ ਹੁੰਦੇ, ਤੇ ਪਿਆਰਿਓ ਅੱਜ ਅਸੀਂ ਪੱਕੇ ਘਰਾਂ ਪੱਕੀਆਂ ਕੋਠੀਆਂ ਵਿੱਚ ਕਿੱਥੋਂ ਰਹਿਣਾ ਸੀਗਾ। ਇਹ ਗੁਰੂ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਇਹਨਾਂ ਦਿਨਾਂ ਦੇ ਵਿੱਚ ਹਰ ਗੁਰੂ ਕਾ ਸਿੱਖ ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦਿਲੋਂ ਯਾਦ ਕਰਦਾ ਹੈ। ਉਹ ਸਤਿਗੁਰੂ ਜੀ ਦੀ ਖੁਸ਼ੀ ਲੈਣ ਦਾ ਯਤਨ ਕਰਦਾ ਹੈ। 2 ਦਿਨ ਲੱਗਣਗੇ ਸ੍ਰੀ ਚਮਕੌਰ ਸਾਹਿਬ ਜੀ ਦੇ ਇਤਿਹਾਸ ਨੂੰ। ਉਹਦੇ ਤੋਂ ਬਾਅਦ ਆਪਾਂ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਸਰਵਣ ਕਰਨਾ ਹੈ। ਸਾਧ ਸੰਗਤ ਜੀ, ਜੋਗੀ ਅੱਲਾ ਯਾਰ ਖਾਂ ਨੇ ਜੋ ਲਿਖਿਆ, ਅੱਜ ਵੀ ਚਮਕੌਰ ਸਾਹਿਬ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਉੱਪਰ ਉਹ ਲਿਖੀ ਹੋਈ ਹੈ ਪੰਕਤੀ, हिंद में एक ही तीर्थ है यात्रा के लिए, कटाए बाप ने बेटे जहाँ खुदा के लिए। ਉਹ ਲਿਖਦਾ ਹੈ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਬੜੇ ਤੀਰਥ ਹਨ ਹਿੰਦੁਸਤਾਨ ਦੇ ਵਿੱਚ, ਪਰ ਪਿਆਰ ਵਾਲਿਓ, ਜੇ ਕਿਸੇ ਤੀਰਥ ਦੇ ਤੁਸੀਂ ਯਾਤਰਾ ਕਰਨੀ, ਦਰਸ਼ਨ ਕਰਨੇ ਹਨ, ਤੇ ਫਿਰ ਚਮਕੌਰ ਸਾਹਿਬ ਦੀ ਯਾਤਰਾ ਕਰਿਓ, ਜਿੱਥੇ ਇੱਕ ਬਾਪ ਨੇ ਖੁਦਾ ਦੇ ਵਾਸਤੇ ਆਪਣੇ ਪੁੱਤਰਾਂ ਨੂੰ ਕਟਾ ਦਿੱਤਾ ਹੈ। ਉਸ ਮਹਾਨ ਇਤਿਹਾਸ ਨੂੰ ਸਰਵਣ ਕਰਨਾ। ਆਓ ਦਾਸ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰੇ, ਆਪ ਜਿਤਨੀਆਂ ਵੀ ਸੰਗਤਾਂ ਆ ਰਹੀਆਂ ਹੋ, ਜ਼ਰੂਰ ਆਪਣੇ ਅੰਦਰ ਨੂੰ ਟਿਕਾਓ। ਇਹ ਦਿਨ, ਇਹ ਰਾਤਾਂ ਅੰਦਰ ਟਿਕਾ ਕੇ ਸਿਮਰਨ ਕਰਨ ਵਾਲੀਆਂ ਹਨ। ਜਿਹੜਾ ਇਹਨਾਂ ਰਾਤਾਂ ਦੇ ਵਿੱਚ ਸਿਮਰਨ ਕਰਦਾ ਹੈ, ਸਾਧ ਸੰਗਤ ਜੀ, ਉਹਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਆਪਾਂ ਅਰਦਾਸ ਕਰਨੀ ਹੈ, ਮਹਾਰਾਜ ਸਾਹਿਬ ਸਾਡੇ 'ਤੇ ਕਿਰਪਾ ਕਰਨ, ਸਾਡੀ ਸੁਰਤ ਨੂੰ ਟਿਕਾਓ ਬਖਸ਼ਣ। ਇਹਨਾਂ ਰਾਤਾਂ ਦੇ ਵਿੱਚ ਅਸੀਂ ਕੁਝ ਸਮਾਂ ਮਹਾਰਾਜ ਸਾਹਿਬ ਜੀ ਦੀ ਯਾਦ ਵਿੱਚ ਜ਼ਰੂਰ ਟਿਕਿਆ ਕਰੀਏ। ਆਓ 5 ਵਾਰ ਸਾਰੀ ਸੰਗਤ ਰਸਨਾ ਨੂੰ ਕਰੋ ਪਵਿੱਤਰ। ਕਥਾ ਦੀ ਆਰੰਭਤਾ ਤੋਂ ਪਹਿਲਾਂ ਉਚਾਰਨ ਕਰੋ ਜੀ, ਵਾਹਿਗੁਰੂ ਵਾਹਿਗੁਰੂ ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਪਹਿਲਾਂ ਅਸੀਂ ਥੋੜ੍ਹੇ ਜਿਹੇ ਕਾਰਨ ਵਿਚਾਰ ਲਈਏ, ਕਿੰਨਾ ਕਾਰਨਾਂ ਕਰਕੇ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਾਹਿਬ ਜੀ ਨੂੰ ਚਮਕੌਰ ਦੀ ਗੜੀ ਦੇ ਵਿੱਚ ਆ ਕੇ ਚਰਨ ਪਾਉਣੇ ਪਏ। ਚਮਕੌਰ ਸਾਹਿਬ ਜਿੱਥੇ ਇਸ ਕੱਚੀ ਗੜੀ ਦੇ ਵਿੱਚ ਸੱਚੇ ਪਾਤਸ਼ਾਹ ਰਹੇ ਹੈ, ਪਿਆਰਿਓ, ਇਸ ਇਲਾਕੇ ਵਿੱਚ ਸਤਿਗੁਰੂ ਪਹਿਲਾਂ ਵੀ ਆਏ ਸਨ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਵਾਰ ਪਹਿਲਾਂ ਵੀ ਚਮਕੌਰ ਸਾਹਿਬ ਦੇ ਇਲਾਕੇ ਵਿੱਚ ਚਰਨ ਪਾਏ ਸਨ। ਮਹਾਰਾਜ ਜੀ ਦੀ ਬਾਣੀ ਦਾ ਅਟੱਲ ਬਚਨ ਹੈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ। ਜਦੋਂ ਕੋਈ ਰੱਬ ਦਾ ਪਿਆਰਾ ਸੱਚ ਬੋਲਦਾ ਹੈ, ਪਿਆਰਿਓ ਜਿਹਦਾ ਜੀਵਨ ਹੀ ਝੂਠ ਹੈ, ਸਾਧ ਸੰਗਤ ਜੀ ਉਹ ਸੜ ਬਲ ਜਾਂਦਾ ਹੈ। ਈਰਖਾ ਬਹੁਤ ਵੱਡਾ ਵਿਕਾਰ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਉਚਾਰਨ ਕੀਤਾ। ਜਿਸ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੀ ਭਲਾ। ਉਸ ਦਾ ਆਖਿਆ ਕੋਈ ਨਾ ਲੱਗੈ, ਨਿਤ ਉਜਾੜੀ ਪੁਕਾਰੇ ਖਲਾ। ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਿਹੜੀ ਚੜ੍ਹਤ ਹੈ ਨਾ ਸਾਧ ਸੰਗਤ ਜੀ, ਉਹ ਪਹਾੜੀ ਰਾਜਿਆਂ ਤੋਂ ਬਰਦਾਸ਼ਤ ਨਹੀਂ ਸੀ ਹੋਈ ਜੀ। ਉਹਦਾ ਕਾਰਨ ਦੁਨਿਆਵੀ ਬਾਦਸ਼ਾਹ, ਉਹਦੇ ਸਿਰ ਤੇ ਚੌਰ ਕਰਨ ਵਾਲੇ ਲੋਕ ਤਨਖਾਹ ਲੈਂਦੇ ਆ, ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸੀਸ ਤੇ ਚੌਰ ਸਾਹਿਬ ਹੁੰਦਾ। ਪਰ ਚੌਰ ਸਾਹਿਬ ਕਰਦਾ ਕੌਣ ਹੈ? ਪ੍ਰਸਾਦੀ ਹਾਥੀ ਲੱਗੇ ਦੀਵਾਨ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸੀਸ ਉੱਤੇ ਚੌਰ ਸਾਹਿਬ ਕਰਦਾ ਹੈ। ਰਤਨ ਰਾਏ ਰਾਜੇ ਨੇ ਕੁਝ ਭੇਟਾਵਾਂ ਸਤਿਗੁਰਾਂ ਨੂੰ ਦਿੱਤੀਆਂ ਸਨ, ਜਿਹਦੇ ਵਿੱਚ ਇੱਕ ਪ੍ਰਸਾਦੀ ਹਾਥੀ ਦੀ ਸਾਧ ਸੰਗਤ ਜੀ। ਉਹ ਹਾਥੀ ਕੈਸਾ ਸੀ? ਸਫੇਦ ਰੰਗ ਦਾ ਸੀਗਾ। ਕਹਿੰਦੇ ਪੂਛ ਤੋਂ ਲੈ ਕੇ ਸੁੰਡ ਤੱਕ ਉਹਦੇ ਵਿੱਚ ਇੱਕ ਕਾਲੀ ਧਾਰਾ ਸੀਗੀ ਜੀ। ਮਹਾਰਾਜ ਜੀ ਦੀ ਸੰਗਤ ਵਿੱਚ ਉਹ ਹਾਥੀ ਬੜੇ ਚੋਜ ਕਰਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੀਸ ਤੇ ਚੌਰ ਸਾਹਿਬ ਕਰਦਾ। ਸਾਧ ਸੰਗਤ ਜੀ, ਉਹ ਹਾਥੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨ ਵੀ ਧਵਾਉਂਦਾ ਹੁੰਦਾ ਸੀ। ਆਪਣੀ ਸੁੰਡ 'ਚ ਪਾਣੀ ਭਰ ਕੇ ਨਾ ਉਹਨੇ ਮਹਾਰਾਜ ਦੇ ਚਰਨ ਧੋਣੇ ਜੀ। ਉਸ ਹਾਥੀ ਦੇ ਵਿੱਚ ਇੰਨੀ ਸੁਮਤ ਸੀਗੀ, ਪਿਆਰਿਓ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੀਰ ਛੱਡਣਾ, ਉਸ ਹਾਥੀ ਨੇ ਸਤਿਗੁਰੂ ਜੀ ਦਾ ਛੱਡਿਆ ਹੋਇਆ ਤੀਰ ਪਛਾਣ ਕੇ ਲਿਆ ਕੇ ਮੁੜ ਮਹਾਰਾਜ ਜੀ ਦੇ ਅੱਗੇ ਹਾਜ਼ਰ ਕਰਨਾ ਜੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੋਭਾ ਵਧੀ। ਮਹਾਰਾਜ ਸਾਹਿਬ ਜੀ ਦੇ ਨਾਲ ਪਹਿਲਾਂ ਵੀ ਇਹਨਾਂ ਨੇ ਇੱਕ ਜੰਗ ਕੀਤੀ ਸੀ, ਉਹ ਭੰਗਾਣੀ ਦਾ ਜੰਗ ਹੋਇਆ ਸੀਗਾ। ਉਹਦੇ ਵਿੱਚ ਗੁਰੂ ਸਾਹਿਬ ਜੀ ਦੇ ਭੂਆ ਦੇ ਪੁੱਤਰ ਸ਼ਹੀਦ ਹੋਏ ਆ, ਪੀਰ ਬੁੱਧੂ ਸ਼ਾਹ ਦੇ ਪੁੱਤਰ ਸ਼ਹੀਦ ਹੋਏ ਆ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਿੱਤ ਹੋਈ ਸੀਗੀ। ਜਦੋਂ ਭੰਗਾਣੀ ਦੇ ਯੁੱਧ ਵਿੱਚ ਮਹਾਰਾਜ ਜੀ ਦੀ ਜਿੱਤ ਹੋਈ, ਸਤਿਗੁਰੂ ਜੀ ਨੇ ਬਚਨ ਕੀਤਾ ਸੀ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਹੇ ਵਾਹਿਗੁਰੂ, ਜਿੱਤ ਮੇਰੀ ਨਹੀਂ ਹੋਈ, ਵਾਹਿਗੁਰੂ ਜਿੱਤ ਤੁਹਾਡੀ ਹੋਈ ਹੈ, ਤੁਹਾਡੀ ਕਿਰਪਾ ਨਾਲ ਹੋਈ ਹੈ। ਇੱਧਰੋਂ ਮਹਾਰਾਜ ਜੰਗ ਜਿੱਤ ਕੇ ਆਏ ਸਨ, ਉੱਧਰੋਂ ਸਤਿਗੁਰੂ ਜੀ ਨੂੰ ਖੁਸ਼ੀ ਵਿੱਚ ਖਬਰ ਮਿਲੀ ਸੀ, ਮਹਾਰਾਜ ਆਪ ਜੀ ਦੇ ਘਰ ਵਿੱਚ ਪੁੱਤਰ ਦਾ ਜਨਮ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਪੁੱਤਰ ਦਾ ਨਾਮ ਅਜੀਤ ਸਿੰਘ ਰੱਖਿਆ ਸੀਗਾ ਜੀ। ਕਿਉਂ ਰੱਖਿਆ ਸੀ? ਜੰਗ ਜਿੱਤ ਕੇ ਆਏ ਨੇ, ਇਹਦਾ ਭਾਵ ਸੀ ਇਹ ਜਿਹੜਾ ਪੁੱਤਰ ਜੰਗ ਜਿੱਤਣ ਦੇ ਸਮੇਂ ਸੰਸਾਰ ਵਿੱਚ ਆਇਆ, ਦੁਨੀਆ ਦਾ ਕੋਈ ਪੁਰਸ਼ ਇਹਨੂੰ ਜਿੱਤ ਨਹੀਂ ਸਕੇਗਾ ਜੀ। ਔਰ ਬਿਲਕੁਲ ਬਾਬਾ ਅਜੀਤ ਸਿੰਘ ਜੀ ਨੂੰ ਜਿੱਤਿਆ ਨਹੀਂ ਗਿਆ। ਹਰਾ ਕੇ ਹਰਾਉਣ ਦਾ ਕੀ ਨਿਯਮ ਹੈ? ਹਰਾਉਣ ਦਾ ਇਹ ਨਿਯਮ ਹੈ, ਬੰਦੇ ਨੂੰ ਈਂਦ ਮਨਵਾ ਕੇ ਉਹਦੇ ਹੱਥ ਪੈਰ ਬੰਨ੍ਹ ਕੇ ਉਹਨੂੰ ਆਪਣੇ ਕੋਲ ਲੈ ਕੇ ਆਉਣਾ, ਆਪਣੇ ਅਧੀਨ ਕਰਨਾ, ਉਹਨੂੰ ਕਹਿੰਦੇ ਹਰਾ ਲੈਣਾ। ਬਾਬਾ ਅਜੀਤ ਸਿੰਘ ਜੀ ਦੀ ਜ਼ਿੰਦਗੀ 'ਚ ਇਹੋ ਦਾ ਦਿਨ ਨਹੀਂ ਸੀ ਆਇਆ ਜੀ। ਬਾਬਾ ਅਜੀਤ ਸਿੰਘ ਜੀ ਨੂੰ ਕੋਈ ਹਰਾ ਨਹੀਂ ਸਕਿਆ। ਮਹਾਰਾਜ ਨੇ ਖਾਲਸਾ ਸਾਜਿਆ। ਛੋਟੀਆਂ ਛੋਟੀਆਂ ਝੜਪਾਂ ਸੱਚੇ ਪਾਤਸ਼ਾਹ ਜੀ ਦੇ ਨਾਲ ਹੁੰਦੀਆਂ ਰਹੀਆਂ ਨੇ। ਪਹਾੜੀ ਰਾਜੇ ਬਹੁਤ ਵਾਰ ਗੁਰੂ ਸਾਹਿਬ ਨੂੰ ਕਹਿ ਚੁੱਕੇ ਸਨ, ਸਤਿਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਸੀਗੀ, ਤੁਸੀਂ ਇੱਥੋਂ ਚਲੇ ਜਾਓ, ਕੁਝ ਸਮੇਂ ਬਾਅਦ ਆ ਕੇ ਫਿਰ ਰਹਿ ਲਿਓ। ਪਰ ਮਹਾਰਾਜ ਕਹਿੰਦੇ ਸਨ, ਭਾਈ ਇਹ ਜ਼ਮੀਨ ਸਾਡੇ ਪਿਤਾ ਜੀ ਦੀ ਮੁੱਲ ਖਰੀਦੀ ਹੋਈ ਹੈ, ਅਸੀਂ ਇਹਨੂੰ ਕਿਉਂ ਛੱਡ ਕੇ ਜਾਵਾਂਗੇ। ਸਾਧ ਸੰਗਤ, ਪਹਾੜੀ ਰਾਜਿਆਂ ਨੇ ਬੜੀ ਈਰਖਾ ਕੀਤੀ। ਔਰੰਗਜ਼ੇਬ ਨੂੰ ਸ਼ਿਕਾਇਤਾਂ ਲਾਈਆਂ ਗਈਆਂ, ਔਰੰਗਜ਼ੇਬ ਬਾਦਸ਼ਾਹ ਤੂੰ ਦੱਖਣ ਦੀ ਧਰਤੀ ਤੇ ਤੁਰਿਆ ਫਿਰਦਾ। ਇੱਧਰ ਗੁਰੂ ਗੋਬਿੰਦ ਸਿੰਘ ਜਿੰਨੇ ਪਹਾੜੀ ਰਾਜੇ ਨੇ ਉਹਨਾਂ ਸਾਰੇ ਰਾਜਿਆਂ ਨੂੰ ਆਪਣੇ ਅਧੀਨ ਕਰੀ ਫਿਰਦੇ। ਭਾਵੇਂ ਮਹਾਰਾਜ ਨੇ ਕਿਸੇ ਨੂੰ ਅਧੀਨ ਨਹੀਂ ਸੀ ਕੀਤਾ, ਪਰ ਗੱਲ ਕੀ ਹੈ, ਪਹਾੜੀ ਰਾਜੇ ਤਲਵਾਰ ਨਾਲ ਰਾਜ ਕਰਦੇ ਸਨ, ਗੁਰੂ ਗੋਬਿੰਦ ਸਿੰਘ ਸਾਹਿਬ ਦਿਲਾਂ ਤੇ ਰਾਜ ਕਰਦੇ ਸਨ ਜੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੋਭਾ, ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਉਹਨਾਂ ਰਾਜਿਆਂ ਦੇ ਕੋਲੋਂ ਜਰੀ ਨਹੀਂ ਗਈ। ਮੈਂ ਈਰਖਾਲੂ ਬੰਦੇ ਬਾਰੇ ਜ਼ਿਕਰ ਕੀਤਾ ਸੀਗਾ।
ਈਰਖਾਲੂ ਬੰਦੇ ਦਾ ਇੱਕ ਸੁਭਾਅ 'ਚ ਸਾਧ ਸੰਗਤ ਜੀ, ਈਰਖਾਲੂ ਬੰਦੇ ਦੇ ਬਰਾਬਰ ਜਿਹੜਾ ਹੋ ਜਾਵੇ, ਅੱਗੇ ਲੰਘਣਾ ਤੇ ਗੱਲ ਦੂਰ ਹੈ ਨਾ, ਈਰਖਾਲੂ ਤੋਂ ਜੇ ਕੋਈ ਅੱਗੇ ਲੰਘ ਗਿਆ ਉਹਨੂੰ ਦੁੱਖ ਹੋਏਗਾ, ਈਰਖਾਲੂ ਦੇ ਜੇ ਕੋਈ ਬਰਾਬਰ ਵੀ ਖੜਾ ਹੋ ਜੇ ਨਾ, ਉਹ ਉਹਨੂੰ ਵੀ ਬਰਦਾਸ਼ਤ ਨਹੀਂ ਤੇ ਕਰਦਾ। ਮਹਾਰਾਜ ਸਾਹਿਬ ਜੀ ਦੀ ਸੱਚ ਦੀ ਆਵਾਜ਼ ਨੂੰ ਉਹ ਬਰਦਾਸ਼ਤ ਨਹੀਂ ਸੀ ਕਰਦੇ, ਵੱਜਦੇ ਹੋਏ ਰਣਜੀਤ ਨਗਾਰੇ ਨੂੰ ਉਹ ਬਰਦਾਸ਼ਤ ਨਹੀਂ ਸੀ ਕਰਦੇ। ਸਿੰਘਾਂ ਨੇ ਮਹਾਰਾਜ ਨੂੰ ਬੜੀ ਵਾਰੀ ਬੇਨਤੀ ਕੀਤੀ, ਮਹਾਰਾਜ ਇਹ ਰਣਜੀਤ ਨਗਾਰੇ ਤੋਂ ਮਹਾਰਾਜ ਖਾਰ ਖਾਂਦੇ ਆ, ਈਰਖਾ ਕਰਦੇ ਆ। ਮਹਾਰਾਜ ਨੇ ਕਿਹਾ ਸੀ, ਸਿੰਘੋ ਇਹਨਾਂ ਦੇ ਨਾਮੋਂ ਨਿਸ਼ਾਨ ਨਹੀਂ ਰਹਿਣੇ, ਰਣਜੀਤ ਨਗਾਰਾ ਤਾਂ ਵੀ ਵੱਜਦਾ ਹੀ ਰਹਿਣਾ ਹੈ। ਮਹਾਰਾਜ ਨੇ ਬੜੀ ਕਿਰਪਾ ਕੀਤੀ, ਸਾਨੂੰ ਅਣਖ ਬਖਸ਼ਿਸ਼ ਕੀਤੀ। ਪਿਆਰਿਓ, ਉਹਨਾਂ ਦਿਨਾਂ ਦੇ ਵਿੱਚ ਹਜ਼ੂਰ ਮਹਾਰਾਜ ਸਾਹਿਬ ਜੀ ਦੇ ਖਿਲਾਫ 22 ਧਾਰ ਦੇ 22 ਰਾਜੇ ਜਿਹੜੇ ਸਨ ਉਹ ਫਿਰ ਚੜ੍ਹ ਕੇ ਆਏ। ਇਤਿਹਾਸ ਪੜ੍ਹ ਕੇ ਵੇਖ ਲਓ, 14 ਜੰਗਾਂ ਮੇਰੇ ਸਤਿਗੁਰੂ ਨੇ ਕੀਤੀਆਂ ਨੇ। 14 ਜੰਗਾਂ ਦੇ ਵਿੱਚ ਇੱਕ ਵੀ ਜੰਗ ਐਸੀ ਨਹੀਂ ਹੈ ਜਿੱਥੇ ਮਹਾਰਾਜ ਆਪ ਚੜ੍ਹ ਕੇ ਕਿਸੇ ਤੇ ਗਏ ਹੋਣ ਜੀ। ਜਿੰਨੀਆਂ ਜੰਗਾਂ ਮੇਰੇ ਸਤਿਗੁਰਾਂ ਨੇ ਕੀਤੀਆਂ ਨੇ, ਸਾਰੀਆਂ ਜੰਗਾਂ ਵਿੱਚ ਮਹਾਰਾਜ ਗਰੀਬ ਨਵਾਜ਼ ਜੀ ਨੇ ਆਏ ਹੋਏ ਦੁਸ਼ਮਣ ਨੂੰ ਜਵਾਬ ਹੀ ਦਿੱਤਾ ਹੈ। ਇਹ ਸਤਿਗੁਰੂ ਦੀ ਦਿਆਲਤਾ 'ਚ ਪਿਆਰਿਓ, ਗੁਰੂ ਕਿਸੇ ਤੇ ਚੜ੍ਹਾਈ ਕਰਕੇ ਨਹੀਂ ਜਾਂਦੇ ਜੀ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦੇ ਕੋਲੋਂ ਵਸਤੂਆਂ ਮੰਗਦੇ ਆ, ਸ਼ਸਤਰ ਮੰਗਦੇ ਆ, ਪਰ ਮਹਾਰਾਜ ਉਹਨਾਂ ਨੂੰ ਨਾ ਕਰਦੇ ਆ। ਕਿਉਂ? ਇਹ ਸਿੱਖਾਂ ਦੀ ਪ੍ਰੇਮ ਭੇਟਾ ਹੈ, ਕਿਸੇ ਰਾਜੇ ਦਾ ਨਜ਼ਰਾਨਾ ਨਹੀਂ ਹੈ ਜਿਹੜਾ ਕਿਸੇ ਨੂੰ ਐਵੇਂ ਹੀ ਦੇ ਦਿੱਤਾ ਜਾਏ ਜੀ। ਔਰੰਗਜ਼ੇਬ ਨੂੰ ਸ਼ਿਕਾਇਤ ਲਾਈ ਗਈ, ਔਰੰਗਜ਼ੇਬ ਨੇ ਵਜ਼ੀਰ ਖਾਨ ਨੂੰ ਭੇਜਿਆ, ਜ਼ਬਰਦਸਤ ਖਾਨ ਨੂੰ ਭੇਜਿਆ, ਘੇਰਾ ਪਾ ਲਓ ਜੀ। ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਗਿਆ। ਜਿਸ ਸਮੇਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ, ਮਈ ਦੇ ਮਹੀਨੇ ਦੇ ਵਿੱਚ ਘੇਰਾ ਪਿਆ ਸੀਗਾ। ਪਿਆਰਿਓ, ਦਸੰਬਰ ਤੱਕ ਘੇਰਾ ਪਿਆ ਰਿਹਾ, ਤੁਸੀਂ ਮਹੀਨੇ ਕੱਢ ਲਓ, 6-7 ਮਹੀਨਿਆਂ ਦਾ ਸਮਾਂ ਬਣਦਾ ਜੀ। ਉਸ ਘੇਰੇ ਦੇ ਵਿੱਚ ਬਹੁਤ ਕੁਝ ਹੋਇਆ ਜੀ। ਬਾਹਰੋਂ ਰਸਦ ਪਾਣੀ ਜਿਹੜੀ ਹੈ ਅੰਦਰ ਜਾਣੀ ਬੰਦ ਕਰ ਦਿੱਤੀ। ਅਨੰਦਪੁਰ ਸਾਹਿਬ ਦੇ ਅੰਦਰ ਕੋਈ ਬਾਹਰੋਂ ਰਸਦ ਪਾਣੀ ਨਹੀਂ ਸੀ ਲਿਆ ਸਕਦਾ। ਬਿਲਕੁਲ ਜਿਵੇਂ ਕਰਫਿਊ ਲੱਗ ਜਾਂਦਾ ਹੈ ਨਾ, ਕਿਸੇ ਨੂੰ ਅੰਦਰ ਆਉਣ ਦਾ ਹੁਕਮ ਨਹੀਂ ਸੀ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਸਿੰਘਾਂ ਦੇ ਸਮੇਤ ਉਸ ਸਾਧ ਸੰਗਤ ਜੀ ਘੇਰੇ ਵਿੱਚ ਰਹੇ। ਜਦੋਂ ਘੇਰਾ ਪਿਆ ਨਾ 6 ਮਹੀਨੇ, ਉਹਦੀ ਕਥਾ ਚੱਲੀ ਸੀਗੀ, ਲੜੀਵਾਰ ਕਥਾ ਹੋਈ ਹੈ ਸਾਰੀ। ਘੇਰੇ ਦੇ ਵਿੱਚ ਬਹੁਤ ਕੁਝ ਹੋਇਆ। ਮੈਂ 1-2 ਗੱਲਾਂ ਕਹਿ ਕੇ ਫਿਰ ਅੱਗੇ ਚੱਲਣ ਦਾ ਯਤਨ ਕਰਾਂਗਾ। ਘੇਰੇ ਦੇ ਵਿੱਚ ਇਹੋ ਜਿਹਾ ਸਮਾਂ ਆਇਆ, ਮਹਾਰਾਜ ਸੱਚੇ ਪਾਤਸ਼ਾਹ ਆਨੰਦਗੜ੍ਹ ਕਿਲੇ ਦੇ ਵਿੱਚ ਬੈਠੇ ਆ ਪਲੰਘ ਡਾਹ ਕੇ। ਸਤਿਗੁਰੂ ਜੀ ਦੇ ਉੱਤੇ ਚੌਰ ਸਾਹਿਬ ਹੋ ਰਿਹਾ। ਦੁਸ਼ਮਣਾਂ ਨੇ ਵੇਖਿਆ ਮਹਾਰਾਜ ਦੇ ਸੀਸ ਤੇ ਚੌਰ ਸਾਹਿਬ ਹੋ ਰਿਹਾ। ਉਹਨਾਂ ਨੇ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਵੱਲ ਨਿਸ਼ਾਨਾ ਕਰਕੇ ਲਾਇਆ ਜੀ। ਜਦੋਂ ਤੋਪ ਨਾਲ ਨਿਸ਼ਾਨਾ ਲਾਉਂਦੇ ਸਨ, ਤੋਪ ਦਾ ਮੁੱਖ ਤਾਂ ਹੋ ਜਾਂਦਾ ਸੀਗਾ, ਨਿਸ਼ਾਨਾ ਗੋਲਾ ਜਿਹੜਾ ਸੀ ਨਾ ਉਹ ਅੱਗੇ ਜਾ ਕੇ ਮੁੜ ਉਹਨਾਂ ਦੀ ਫੌਜ ਤੇ ਡਿੱਗਦਾ ਸੀਗਾ ਜੀ। ਉਹ ਬੜੇ ਹੈਰਾਨ ਹੋਏ। ਸਿੰਘ ਕਹਿਣ ਲੱਗੇ, ਸੱਚੇ ਪਾਤਸ਼ਾਹ ਜੇ ਤੁਸੀਂ ਸਾਨੂੰ ਹੁਕਮ ਕਰੋ ਮਹਾਰਾਜ ਅਸੀਂ ਤੁਹਾਡਾ ਆਸਣ ਬਦਲ ਦਿੰਦੇ ਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਨਹੀਂ ਸਿੰਘੋ, ਮਹਾਰਾਜ ਇੱਥੇ ਤੋਪਾਂ ਚੱਲਦੀਆਂ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਸਿੰਘੋ ਤੋਪ ਦਾ ਗੋਲਾ ਸਾਡਾ ਕੁਝ ਵੀ ਨਹੀਂ ਵਿਗਾੜ ਸਕਦਾ। ਮਹਾਰਾਜ ਕਿਵੇਂ? ਮਹਾਰਾਜ ਕਹਿੰਦੇ, ਸਾਡੇ ਸਰੀਰ ਦੇ ਆਲੇ ਦੁਆਲੇ ਕਬਜ਼ ਹੈ ਬ੍ਰਹਮ ਦਾ, ਪਰਮੇਸ਼ਰ ਦਾ। ਉਸ ਕਬਜ਼ ਵਿੱਚ ਹਵਾ ਵੀ ਸਾਨੂੰ ਪੁੱਛ ਕੇ ਆਉਂਦੀ ਹੈ। ਕਹਿਣ ਲੱਗੇ, ਤੋਪ ਦਾ ਗੋਲਾ ਕਿੱਥੋਂ ਆ ਜਾਏਗਾ? ਗੋਲੀ ਕਿੱਥੋਂ ਆ ਜਾਏਗੀ? ਮਹਾਰਾਜ ਬਾਹਰ ਬਹਿੰਦੇ ਆ, ਪਰ ਕੁਝ ਸਿੰਘਾਂ ਭੁੱਖਣ ਭਾਣੇ ਜਿਹੜੇ ਸਨ, ਮੈਂ ਕਹਿੰਦਾ ਭਾਵੇਂ ਉਹਨਾਂ ਨੇ ਬਗਾਵਤ ਕੀਤੀ, ਗੁਰੂ ਸਾਹਿਬ ਜੀ ਨੂੰ ਆਖਿਆ ਮਹਾਰਾਜ ਸਾਨੂੰ ਛੁੱਟੀ ਦੇ ਦਿਓ, ਅਸੀਂ ਨਹੀਂ ਰਹਿ ਸਕਦੇ। ਪਰ ਇਹ ਵੀ ਮੈਂ ਬੇਨਤੀ ਕਰਦਾ, ਇੰਨੇ ਮਹੀਨੇ ਭੁੱਖੇ ਪਿਆਸੇ ਕੱਢਣਾ ਸੌਖੀ ਗੱਲ ਨਹੀਂ ਸੀਗੀ। ਮਹਾਰਾਜ ਸਿੰਘਾਂ ਨੂੰ ਕਹਿੰਦੇ ਸਨ, ਸਿੰਘੋ ਥੋੜ੍ਹੇ ਦਿਨ ਹੋਰ ਰੁਕ ਜਾਓ, ਤੁਹਾਨੂੰ ਪਾਤਸ਼ਾਹੀ ਮਿਲ ਜਾਣੀ ਹੈ। ਪਰ ਸਾਧ ਸੰਗਤ ਜੀ ਭੁੱਖ ਦੇ ਮਾਰੇ ਸਿੰਘਾਂ ਦਾ ਸਬਰ ਟੁੱਟ ਗਿਆ। ਉਹਨਾਂ ਮਹਾਰਾਜ ਨੂੰ ਕਿਹਾ, ਮਹਾਰਾਜ ਫਿਰ ਸਾਨੂੰ ਛੁੱਟੀ ਦੇ ਦਿਓ। ਅਖੀਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਹੁਤ ਸਾਰੇ ਸਿੰਘਾਂ ਦੇ ਕਹਿਣ 'ਤੇ, ਮਾਤਾ ਜੀ ਦੇ ਕਹਿਣ 'ਤੇ, ਕੁਝ ਸਿੰਘ ਐਸੇ ਵੀ ਸਨ ਜਿਨ੍ਹਾਂ ਗੁਰੂ ਸਾਹਿਬ ਨੂੰ ਨਹੀਂ ਸੀ ਕਿਹਾ
ਵੀ ਮਹਾਰਾਜ ਕਿਲਾ ਛੱਡਣਾ ਹੈ, ਸਾਨੂੰ ਇੱਥੋਂ ਜਾਣ ਦਿਓ। ਕੁਝ ਨੇ ਕਹਿ ਦਿੱਤਾ ਸੀਗਾ। ਕੁਝ ਸਿੰਘ ਉਹ ਅਵਸਥਾ ਵਾਲੇ ਸਨ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਮਹਾਰਾਜ ਜੇ ਤੁਸੀਂ ਸਾਨੂੰ ਭੁੱਖਿਆਂ ਵੀ ਰੱਖੋ ਨਾ, ਮੈਂ ਤਾਂ ਵੀ ਆਪਣੇ ਆਪ ਨੂੰ ਰੱਜਿਆ ਹੋਇਆ ਸਮਝਾਂਗਾ। ਬੜੀ ਵੱਡੀ ਅਵਸਥਾ 'ਚ, ਮਾਫ਼ ਕਰਿਓ, ਗੱਲਾਂ ਕਰਕੇ ਕਥਾ ਕਰ ਲੈਣੀ, ਲੋਕਾਂ ਨੂੰ ਇਮੋਸ਼ਨਲ ਕਰ ਲੈਣਾ ਗੱਲ ਵੱਖਰੀ ਹੈ। ਜਿਸ ਸਿੱਖ ਦੀ ਅਵਸਥਾ ਹੁੰਦੀ ਹੈ ਉਹਦੀ ਗੱਲ ਹੀ ਵੱਖਰੀ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਿੰਘਾਂ ਦੇ ਕਹਿਣ 'ਤੇ 2 ਵਾਰ ਮਹਾਰਾਜ ਨੇ ਦ੍ਰਿਸ਼ਟਾਂਤ ਕਰਕੇ ਵਿਖਾਇਆ। ਉਹਦੇ ਵਿੱਚ ਇਹਨਾਂ ਨੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ। ਇੱਕ ਵਾਰੀ ਆਟੇ ਦੀ ਗਾਂ ਬਣਾ ਕੇ ਕਸਮ ਖਾਧੀ ਸੀ, ਮਹਾਰਾਜ ਇਹ ਸਾਡੀ ਗਾਂ ਮਾਂ ਦੀ ਨਿਆਈ ਹੈ, ਤੁਸੀਂ ਕਿਲਾ ਛੱਡ ਦਿਓ। ਸਿੰਘ ਕਹਿੰਦੇ ਮਹਾਰਾਜ ਹੁਣ ਤੇ ਗਾਂ ਦੀ ਕਸਮ ਖਾ ਰਹੇ, ਮਹਾਰਾਜ ਕੁਰਾਨ ਸ਼ਰੀਫ ਦੀ ਵੀ ਸਹੁੰ ਖਾਂਦੇ। ਮਹਾਰਾਜ ਕਹਿੰਦੇ ਸਿੰਘੋ ਝੂਠੀਆਂ ਕਸਮਾਂ ਨੇ। ਮਹਾਰਾਜ ਇਹ ਕਿਵੇਂ ਹੋ ਸਕਦਾ ਹੈ? ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਵਿਖਾ ਦਿੱਤਾ। ਜਿੰਨੇ ਟੁੱਟੇ ਜੋੜੇ ਸਨ ਉਹ ਖਚਰਾਂ 'ਚ ਲੱਦ ਕੇ ਭੇਜ ਦਿੱਤੇ, ਖਚਰਾਂ 'ਤੇ ਲੱਦ ਕੇ। ਉਹ ਜਦੋਂ ਥੱਲੇ ਗਏ ਉਸੇ ਵੇਲੇ ਲੁੱਟਣਾ ਸ਼ੁਰੂ ਕਰਤਾ। ਬਹੁਤ ਦੁਖੀ ਹੋਈਆਂ ਫੌਜਾਂ ਵੀ ਇਹ ਤਾਂ ਟੁੱਟੇ ਜੋੜੇ ਨੇ। ਮਹਾਰਾਜ ਨੇ ਸਿੰਘਾਂ ਨੂੰ ਵਿਖਾਇਆ, ਸਿੰਘੋ ਜੋ ਜੋੜਿਆਂ ਦਾ ਹਾਲ ਕਰਨ ਦੇ ਉਹ ਤੁਹਾਡਾ ਕਰਨਾ ਚਾਹੀਦਾ ਨੇ। ਚਲੋ ਕੁਝ ਦਿਨ ਸਿੰਘ ਸ਼ਾਂਤ ਰਹੇ, ਫਿਰ ਬੇਨਤੀ ਕੀਤੀ ਮਹਾਰਾਜ ਕਿਲਾ ਛੱਡ ਦਈਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਲਾ ਛੱਡਣ ਦਾ ਫੁਰਨਾ ਬਣਾਇਆ ਜੀ। ਮੈਂ ਇੱਕ ਬੇਨਤੀ ਕਰਾਂ, ਜਦੋਂ ਘੇਰਾ ਪੈਣਾ ਸ਼ੁਰੂ ਹੋ ਗਿਆ ਸੀ ਨਾ, ਗੁਰੂ ਗੋਬਿੰਦ ਸਿੰਘ ਜੀ ਨੇ ਲਿਖਾਰੀ ਤੋਰ ਦਿੱਤੇ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਾਰੀ ਤੋਰੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਿਆਰੇ ਸਿੱਖ ਤੋਰਤੇ ਸਨ। ਉਹਨਾਂ ਦੇ ਪਰਿਵਾਰ ਅਨੰਦਪੁਰ ਸਾਹਿਬ 'ਚੋਂ ਤੋਰ ਦਿੱਤੇ ਸਨ। ਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਹੈ ਆਉਣ ਵਾਲਾ ਸਮਾਂ ਕਿਹੋ ਜਿਹਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪਰਿਵਾਰ ਨੂੰ ਕਿਤੇ ਨਹੀਂ ਤੋਰਿਆ ਜੀ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਿਆਨਤਦਾਰੀ ਹੈ। ਇੱਥੋਂ ਤੱਕ ਮੈਂ ਬਿਲਕੁਲ ਛੋਟੀ ਜਿਹੀ ਬੇਨਤੀ ਕਰਕੇ ਅੱਗੇ ਚੱਲਾਂਗਾ। ਪਿਆਰਿਓ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਿਲ ਮਾਤਾ ਜੀਤੋ ਜੀ, ਜਿਹੜੇ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੇ ਇਹਨਾਂ ਦੇ ਕੋਲੋਂ ਅਵਤਾਰ ਧਾਰਨ ਕੀਤਾ। ਮਾਤਾ ਜੀਤੋ ਜੀ ਉਹਨਾਂ ਦੇ ਮਾਤਾ ਨੇ। ਇੱਕ ਵਾਰੀ ਬੈਠੇ ਬੰਦਗੀ ਵਿੱਚ ਉਹਨਾਂ ਨੂੰ ਪੁੱਤਰਾਂ ਦੀਆਂ ਲਾਸ਼ਾਂ ਵਿਖੀਆਂ ਜੀ, ਨੀਹਾਂ ਵਿਖੀਆਂ। ਹੱਥ ਜੋੜ ਕੇ ਸਤਿਗੁਰੂ ਨੂੰ ਆਖਿਆ, ਮਹਾਰਾਜ ਮੈਨੂੰ ਇਹ ਕੁਝ ਵਿਖਿਆ। ਗੁਰੂ ਗੋਬਿੰਦ ਸਿੰਘ ਸਾਹਿਬ ਉਦੋਂ ਬਿਲਕੁਲ ਘੇਰੇ ਨਹੀਂ ਸੀ ਪਏ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਹਿਤਾ ਸੀਗਾ, ਜੀਤੋ ਜੀ ਜੋ ਵਿਖਿਆ ਇਹ ਸਾਰਾ ਕੁਝ ਵਰਤਣਾ ਹੈ। ਮਾਤਾ ਜੀਤੋ ਜੀ ਨੇ ਕਿਹਾ, ਮਹਾਰਾਜ ਜੇ ਪੁੱਤਰਾਂ ਨੇ ਸ਼ਹੀਦ ਹੋਣਾ, ਨੀਹਾਂ 'ਚ ਚਿਣੇ ਜਾਣਾ, ਮਹਾਰਾਜ ਤੁਹਾਡੇ ਹੱਥ ਵਿੱਚ ਸਾਰਾ ਕੁਝ ਹੈ। ਸੱਚੇ ਪਾਤਸ਼ਾਹ ਕਿਰਪਾ ਕਰੋ ਤੁਸੀਂ ਬਦਲ ਦਿਓ। ਮਹਾਰਾਜ ਕਹਿੰਦੇ ਸੀ ਇਹ ਬਦਲਿਆ ਨਹੀਂ ਜਾਣਾ, ਜੇ ਬਦਲ ਦਿੱਤਾ ਫਿਰ ਭਾਣਾ ਮੰਨਣਾ ਅਸੀਂ ਕਿਹਨਾਂ ਨੂੰ ਕਵਾਂਗੇ। ਪਿਆਰਿਓ, ਇੱਥੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਾਂ। ਮਹਾਰਾਜ ਨੇ ਮਾਤਾ ਜੀਤੋ ਨੂੰ ਕਿਹਾ ਸੀ, ਜੀਤੋ ਜੀ ਜੋਗੀ ਰਾਜ ਜੇ ਤੁਸੀਂ ਇਹ ਨਹੀਂ ਵੇਖ ਸਕਦੇ ਆਪਣਾ ਸਰੀਰ ਤਿਆਗ ਦਿਓ ਜੀ। ਪਤਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ, ਫਿਰ ਵੀ ਸਿੱਖਾਂ ਦੇ ਪਰਿਵਾਰਾਂ ਨੂੰ ਅਨੰਦਪੁਰ ਸਾਹਿਬ ਤੋਂ ਭੇਜ ਦਿੱਤਾ ਸੀ। ਪਹਿਲਾਂ ਲਖਾਰੀਆਂ ਦੇ ਪਰਿਵਾਰਾਂ ਨੂੰ ਭੇਜ ਦਿੱਤਾ, ਲਖਾਰੀਆਂ ਨੂੰ ਭੇਜ ਦਿੱਤਾ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪਰਿਵਾਰ ਨੂੰ ਨਹੀਂ ਸੀ ਕਿਤੇ ਭੇਜਿਆ ਜੀ। ਮਹਾਰਾਜ ਨੂੰ ਪਤਾ ਸੀਗਾ ਇਹ ਸਭ ਕੁਝ ਵਰਤਣਾ ਹੈ। ਅਖੀਰ ਮਹਾਰਾਜ ਨੇ ਅਨੰਦਪੁਰ ਸਾਹਿਬ ਨੂੰ ਛੱਡਣਾ ਹੈ। ਕੱਲ੍ਹ ਵਾਲੀ ਉਹ ਰਾਤ ਸੀ ਜਦੋਂ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲਾ ਤਿਆਗਿਆ ਜੀ। ਜਿਸ ਸਮੇਂ ਸਤਿਗੁਰਾਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਤਿਆਗਿਆ, ਸਾਧ ਸੰਗਤ ਜੀ, ਮਹਾਰਾਜ ਸਾਹਿਬ ਨੇ ਸਭ ਤੋਂ ਪਹਿਲਾਂ ਗੁਰਸਿੱਖਾਂ ਨੂੰ ਭੇਜਿਆ, ਜਾਓ ਭਾਈ ਬੜੇ ਸਹਿਜੇ ਸਹਿਜੇ ਕਿਲਾ ਤਿਆਗਣਾ, ਅਨੰਦਪੁਰ ਸਾਹਿਬ ਛੱਡਣਾ। ਕਹਿੰਦੇ ਆ ਉਸ ਰਾਤ ਮੀਂਹ ਵੀ ਪੈ ਰਿਹਾ ਸੀ। ਬਸ ਉਹ ਕਿਲਾ 'ਚ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਰਿਵਾਰ ਇਕੱਠਾ ਸੀਗਾ, ਉਹਦੇ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਰਿਵਾਰ ਇਕੱਠਾ ਨਹੀਂ ਹੋ ਪਾਇਆ ਜੀ। ਭਾਵੇਂ ਮਹਾਰਾਜ ਨੇ ਕਿਹਾ ਹੈ ਇਹ ਜਿੰਨੇ ਪੁੱਤ ਨੇ ਮੇਰੇ ਨੇ, ਪਰ ਸਾਧ ਸੰਗਤ ਜੀ ਸੱਚ ਮੈਂ ਬੇਨਤੀ ਕਰਨ ਲੱਗਾ, ਅਸੀਂ ਦਸਤਾਰਾਂ ਵੀ ਸਜਾਈਆਂ ਨੇ, ਅਸੀਂ ਗੁਰੂ ਸਾਹਿਬ ਦੇ ਬਾਣੇ ਵੀ ਪਾਏ ਹੈ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਬਣਨਾ ਬੜੀ ਵੱਡੀ ਗੱਲ ਹੁੰਦੀ ਹੈ। ਮਹਾਰਾਜ ਨੇ ਕਿਹਾ ਇਹ ਸਾਡੇ ਪੁੱਤਰ ਨੇ, ਪਰ ਬਾਹਰੀ ਤੌਰ 'ਤੇ ਮੈਂ ਬੇਨਤੀ ਕਰਾਂ,
ਮਹਾਰਾਜ ਦਾ ਪਰਿਵਾਰ ਕਿਲੇ ਵਿੱਚ ਹੀ ਇਕੱਠਾ ਹੋਇਆ। ਕਿਲੇ ਵਿੱਚ ਸਾਰੇ ਮਿਲੇ ਹੈ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਆਪਣੀ ਸੱਸ ਮਾਤਾ ਗੁਜਰੀ ਜੀ ਨੂੰ ਮਿਲੇ ਨੇ। ਸਾਧ ਸੰਗਤ ਜੀ, ਵੱਡੇ ਸਾਹਿਬਜ਼ਾਦਿਆਂ ਨੂੰ ਮਿਲੀਆਂ ਨੇ ਮਾਤਾਵਾਂ। ਉੱਥੇ ਫਿਰ ਕਿਲੇ ਵਿੱਚੋਂ ਬਾਹਰ ਨਿਕਲਦੇ ਆ। ਜੱਥੇ ਬਣਾਏ ਗਏ ਸੀਗੇ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਇਕੱਠੇ ਰਹਿਣਗੇ। ਵੱਡੇ ਸਾਹਿਬਜ਼ਾਦੇ ਸਤਿਗੁਰੂ ਜੀ ਦੇ ਨਾਲ ਰਹਿਣਗੇ। ਛੋਟੇ ਸਾਹਿਬਜ਼ਾਦੇ ਆਪਣੀ ਦਾਦੀ ਦੇ ਨਾਲ ਰਹਿਣਗੇ। ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰੂ ਸਾਹਿਬ ਜੀ ਦੇ ਨਾਲ ਰਹਿਣਗੇ। ਜਦੋਂ ਕਿਲਾ ਮਹਾਰਾਜ ਨੇ ਛੱਡਿਆ, ਪਤਾ ਕਿਲੇ ਵਿੱਚੋਂ ਪਹਿਲਾ ਜੱਥਾ ਸਭ ਤੋਂ ਅੱਗੇ ਕੌਣ ਸਨ? ਸਭ ਤੋਂ ਅੱਗੇ ਸਨ ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ। ਮੈਂ ਕਹਿੰਦਾ ਵੇਖੋ ਇਹਨਾਂ ਸਿੰਘਾਂ ਨੂੰ, ਕਿਉਂ? ਜਦੋਂ ਸੀਸ ਕਟਾਉਣ ਦੀ ਵਾਰੀ ਆਈ ਸੀ ਉਦੋਂ ਵੀ ਇਹ ਪਹਿਲੇ ਨੰਬਰ 'ਤੇ ਹੀ ਸਨ ਜੀ। ਅੱਜ ਜਦੋਂ ਪਤਾ ਹੈ ਕਿਲਾ ਛੱਡਣਾ, ਦੁਸ਼ਮਣ ਨੇ ਸਾਡੇ 'ਤੇ ਹਮਲਾ ਕਰਨਾ ਹੀ ਕਰਨਾ ਹੈ, ਪਰ ਪਿਆਰਿਓ ਇਹਨਾਂ ਨੇ ਐਸਾ ਨਹੀਂ ਕੀਤਾ ਕਿ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਸੀਂ ਛੱਡ ਕੇ ਦੌੜ ਜਾਈਏ। ਪਹਿਲਾਂ ਆਪ ਅੱਗੇ ਲੱਗੇ ਨੇ। ਪਿੱਛੇ ਮਹਾਰਾਜ ਨੇ ਮਾਤਾਵਾਂ ਨੂੰ ਤੋਰਿਆ। ਉਹਦੇ ਤੋਂ ਪਿੱਛੇ ਛੋਟੇ ਸਾਹਿਬਜ਼ਾਦੇ ਨੇ, ਮਾਤਾ ਗੁਜਰੀ ਜੀ ਨੇ। ਉਹਦੇ ਤੋਂ ਪਿੱਛੇ ਸਿੰਘ ਨੇ, ਤੇ ਸਭ ਤੋਂ ਪਿੱਛੇ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਹਨ। ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੇ ਬਾਬਾ ਅਜੀਤ ਸਿੰਘ ਜੀ ਕੁਝ ਸਿੰਘਾਂ ਦੇ ਨਾਲ ਹਨ। ਕਿਲਾ ਛੱਡਣ ਵਿੱਚ ਵੀ ਗੁਰੂ ਦੀ ਇੱਕ ਰਮਜ ਸੀ। ਸਭ ਤੋਂ ਅੱਗੇ ਸਿੰਘ ਨੇ, ਫਿਰ ਆਪਣਾ ਪਰਿਵਾਰ, ਮਹਾਰਾਜ ਦੇ ਮਾਤਾਵਾਂ ਹਨ, ਫਿਰ ਛੋਟੇ ਸਾਹਿਬਜ਼ਾਦੇ ਆ, ਦਾਦੀ ਜੀ ਹਨ, ਸਤਿਗੁਰੂ ਆਪ ਨੇ, ਪਿੱਛੇ ਬਾਬਾ ਅਜੀਤ ਸਿੰਘ ਸਾਹਿਬ ਨੇ। ਬਾਬਾ ਅਜੀਤ ਸਿੰਘ ਜੀ ਨੂੰ ਪਿੱਛੇ ਕਿਉਂ ਰੱਖਿਆ? ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਹੈ ਜਦੋਂ ਹਮਲਾ ਹੋਣਾ, ਪਿੱਛੇ ਜਾਂਦੇ ਆ ਤੇ ਹਮਲਾ ਹੋਣਾ, ਸਭ ਤੋਂ ਪਹਿਲਾਂ ਹਮਲੇ 'ਚ ਉਹ ਮਰੇਗਾ ਜਿਹੜਾ ਸਭ ਤੋਂ ਪਿੱਛੇ ਹੋਵੇਗਾ। ਪਿਆਰਿਓ, ਮਰਨ ਵਾਲਿਆਂ ਵਿੱਚ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਰਾਂ ਨੂੰ ਅੱਗੇ ਰੱਖਿਆ ਸੀਗਾ। ਬਾਬਾ ਅਜੀਤ ਸਿੰਘ ਜੀ ਨੂੰ ਪਿੱਛੇ ਰੱਖਿਆ। ਕਿਲਾ ਛੱਡਣ ਦੇ ਸਮੇਂ ਮਹਾਰਾਜ ਕਿਸ ਥਾਂ 'ਤੇ ਗਏ ਆ? ਪਿਆਰਿਓ, ਗੁਰੂ ਗੋਬਿੰਦ ਸਿੰਘ ਸਾਹਿਬ ਉਸ ਜਗ੍ਹਾ 'ਤੇ ਗਏ ਆ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀਗਾ, ਜਿਹਨੂੰ ਆਪਾਂ ਗੁਰਦੁਆਰਾ ਸੀਸਗੰਜ ਸਾਹਿਬ ਕਹਿੰਦੇ ਆ, ਅਨੰਦਪੁਰ ਸਾਹਿਬ। ਉੱਥੇ ਗੁਰਬਖਸ਼ ਉਦਾਸੀ ਮਹਾਤਮਾ ਹੋਏ ਆ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਆਖਿਆ ਸੀ, ਇੱਕ ਕਿਰਪਾਲ ਉਦਾਸੀ ਵੀ ਹੋਏ ਆ। ਉਦਾਸੀ ਮਹਾਤਮਾ ਨੂੰ ਆਖਿਆ ਸੀਗਾ, ਤੁਸੀਂ ਇੱਥੇ ਰਹਿ ਕੇ ਸਾਡੇ ਪਿਤਾ ਜੀ ਦੇ ਅਸਥਾਨ ਦੀ ਸੇਵਾ ਕਰਨੀ ਹੈ, ਧੂਫ ਬੱਤੀ ਦਿਖਾਉਣੀ ਹੈ। ਕਿਉਂ? ਮੈਂ ਦਾਸ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਾਂ, ਅਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਸਭ ਤੋਂ ਪਿਆਰੀ ਜੇ ਕੋਈ ਜਗ੍ਹਾ ਹੈ ਤੇ ਪਿਆਰਿਓ ਉਹ ਜਗ੍ਹਾ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਜੀ। ਮਹਾਰਾਜ ਨੇ ਕਿਹਾ ਸੀ, ਤੁਸੀਂ ਇਸ ਜਗ੍ਹਾ 'ਤੇ ਦੀਵਾ ਜਗਾਉਣਾ ਹੈ, ਇਸ ਜਗ੍ਹਾ 'ਤੇ ਧੂਫ ਬੱਤੀ ਕਰਨੀ ਹੈ, ਇਸ ਜਗ੍ਹਾ ਦੀ ਸਫਾਈ ਕਰਨੀ ਹੈ। ਮਹਾਰਾਜ ਜਦੋਂ ਆਪ ਜੀ ਨੇ ਅਨੰਦਪੁਰ ਸਾਹਿਬ ਤਿਆਗਣਾ ਹੈ, ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਨੂੰ ਲੁੱਟਣਾ ਇਹਨਾਂ ਨੇ, ਮਹਾਰਾਜ ਸਾਡਾ ਕੀ ਬਣੇਗਾ? ਮਹਾਰਾਜ ਨੇ ਕਿਹਾ ਸੀ, ਭਾਈ ਸਿੱਖੋ, ਤੁਸੀਂ ਮਹਾਰਾਜ ਦੇ ਅਸਥਾਨ ਦੀ ਸੇਵਾ ਕਰੋ, ਤੁਹਾਨੂੰ ਵੇਖ ਹੀ ਨਹੀਂ ਸਕੇਗਾ ਕੋਈ। ਔਰ ਇਸੇ ਤਰ੍ਹਾਂ ਹੋਇਆ ਸੀ। ਇੱਕ ਗੱਡਾ ਰਸਤਾਂ ਦਾ ਭਰ ਕੇ ਮਹਾਰਾਜ ਨੇ ਕਿਹਾ ਸੀ, ਖਿਲਾਰ ਦਿੰਦੇ ਆ ਇੱਥੇ, ਜੋ ਚਾਹੀਦਾ ਇਹਦੇ ਤੋਂ ਛਕਿਆ ਕਰੋ। ਨਾ ਤੇ ਉਹਨਾਂ ਦੋਵਾਂ ਮਹਾਤਮਾਵਾਂ ਨੂੰ ਕਿਸੇ ਨੇ ਵੇਖਿਆ, ਨਾ ਗੱਡੇ ਨੂੰ ਹੀ ਵੇਖ ਸਕੇ ਜੀ ਕੋਈ। ਪਿੱਛੋਂ ਅਨੰਦਪੁਰ ਸਾਹਿਬ ਤੋੜਿਆ ਇਹਨਾਂ ਨੇ, ਅਨੰਦਪੁਰ ਸਾਹਿਬ 'ਤੇ ਹਮਲਾ ਕੀਤਾ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਥਾਂ ਨੂੰ ਉਹ ਤੋੜ ਨਹੀਂ ਸੀ ਸਕੇ। ਮਹਾਰਾਜ ਜੀ ਦੀ ਥਾਂ 'ਤੇ ਉਹ ਹਮਲਾ ਨਹੀਂ ਸੀ ਕਰ ਸਕੇ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਕਿਲਾ ਛੱਡਦੇ ਆ। ਸਾਧ ਸੰਗਤ ਛੱਡਣ ਲੱਗਿਆਂ ਮਹਿਸੂਸ ਹੁੰਦਾ ਕਿਸੇ ਨੇ ਘਰ ਆਪ ਬਣਾਇਆ ਹੋਵੇ, ਆਪ ਸ਼ਿੰਗਾਰਿਆ ਹੋਵੇ, ਉਸ ਘਰ ਨੂੰ ਐਵੇਂ ਨਹੀਂ ਛੱਡਿਆ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਨੂੰ ਵੇਖਦੇ ਆ। ਸਿੱਖ ਕਹਿੰਦੇ, ਮਹਾਰਾਜ ਅਨੰਦਪੁਰ ਸਾਹਿਬ ਪਰਤ ਕੇ ਕਦੋਂ ਆਵਾਂਗੇ? ਮਹਾਰਾਜ ਨੇ ਕਿਹਾ ਸੀ, ਵਾਹਿਗੁਰੂ ਸਿੰਘਾਂ ਨੇ ਕਿਹਾ ਸੀ, ਮਹਾਰਾਜ ਕਦੋਂ ਆਵਾਂਗੇ? ਸਤਿਗੁਰੂ ਕਹਿਣ ਲੱਗੇ, ਸਿੰਘੋ
ਸਰੀਰ ਕਰਕੇ ਤੇ ਭਾਵੇਂ ਨਾ ਆਈਏ। ਤੇ ਮਹਾਰਾਜ ਆਨੰਦਪੁਰ ਉੱਜੜ ਗਿਆ। ਮਹਾਰਾਜ ਕਹਿੰਦੇ ਨਹੀਂ, ਆਨੰਦਪੁਰ ਕਦੇ ਉੱਜੜਦਾ ਨਹੀਂ ਹੁੰਦਾ, ਆਨੰਦਪੁਰ ਉੱਜੜੇਗਾ ਨਹੀਂ। ਵੇਲਾ ਆਵੇਗਾ ਇਹਦੇ ਘਰ ਘਰ ਤੇ ਗੁਰੂ ਦਾ ਨਿਸ਼ਾਨ ਝੁੱਲੇਗਾ। ਮਹਾਰਾਜ ਨੇ ਬਚਨ ਕੀਤਾ। ਆਪ ਸੱਚੇ ਪਾਤਸ਼ਾਹ ਫਿਰ ਸਾਧ ਸੰਗਤ ਜੀ ਕਿਲ੍ਹਾ ਤਿਆਗਦੇ ਆ। ਜਦੋਂ ਕਿਲ੍ਹਾ ਤਿਆਗਦੇ ਆ, ਰਸਤੇ ਦੇ ਵਿੱਚ ਨਹਿਰ ਆਉਂਦੀ ਹੈ, ਜਿੱਥੇ ਜਿਹਨੂੰ ਸਾਧ ਸੰਗਤ ਜੀ ਸਰਸਾ ਕਹਿੰਦੇ। ਸਰਸਾ ਨਦੀ ਪੂਰੀ ਉਸ ਦਿਨ ਚੜ੍ਹੀ ਹੋਈ ਸੀਗੀ। ਇਹ ਸਰਸਾ ਨਦੀ ਉਹ ਨਦੀ ਹੈ ਜਿਹਨੇ ਗੁਰੂ ਗੋਬਿੰਦ ਸਿੰਘ ਦੇ ਬੜੇ ਸਿੰਘਾਂ ਨੂੰ ਆਪਣੇ ਵਿੱਚ ਰੋੜ ਲਿਆ। ਸਰਸਾ ਨਦੀ ਉਹ ਨਦੀ ਹੈ ਜਿਹਦੇ ਵਿੱਚ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੀ ਕੀਮਤੀ ਬਾਣੀ ਦਾ ਖਜ਼ਾਨਾ ਵੀ ਰੁੜ ਗਿਆ ਸੀ। ਮਾਨੋ ਸਰਸਾ ਨੇ ਵੀ ਉਸੇ ਦਿਨ ਚੜ੍ਹਨਾ ਸੀਗਾ। ਸਰਸਾ ਨਦੀ ਬਹੁਤ ਚੜ੍ਹੀ ਹੋਈ ਹੈ। ਮਹਾਰਾਜ ਸਾਹਿਬ ਵੇਖਦੇ ਆ, ਕਿਲ੍ਹਾ ਛੱਡਦਿਆਂ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ। ਸਾਡੀ ਭੁੱਲ ਹੈ, ਪਤਾ ਨਹੀਂ ਅੱਜ ਸਾਡੇ ਕੋਲੋਂ ਅੰਮ੍ਰਿਤ ਵੇਲਾ ਸਾਂਭਿਆ ਗਿਆ ਕਿ ਨਹੀਂ ਸਾਂਭਿਆ ਗਿਆ। ਉਂਝ ਅੱਜ ਵਾਲਾ ਜਿਹੜਾ ਅੰਮ੍ਰਿਤ ਵੇਲਾ ਸੀ, ਇਹ ਸਾਨੂੰ ਸਿਖਾਉਂਦਾ ਹੈ, ਸਿੰਘੋ ਸਿੱਖੋ ਗੁਰੂ ਦੇ ਪਿਆਰਿਓ, ਕੁਝ ਵੀ ਹੋ ਜੇ ਤੁਹਾਡਾ ਅੰਮ੍ਰਿਤ ਵੇਲਾ ਨਾ ਛੁੱਟੇ। ਇਹਦੇ ਤੋਂ ਵੱਧਲਾ ਸਮਾਂ ਕੀ ਹੋ ਸਕਦਾ। ਮਹਾਰਾਜ ਨੂੰ ਪਤਾ ਲੱਗ ਗਿਆ। ਸੱਚੇ ਪਾਤਸ਼ਾਹ ਜਦੋਂ ਕਿਲ੍ਹਾ ਛੱਡ ਚੁੱਕੇ ਆ, ਮਹਾਰਾਜ ਨੂੰ ਸਿੰਘ ਨੇ ਦੱਸਿਆ, ਮਹਾਰਾਜ ਟਿੱਡੀ ਦਲ ਨੇ ਹਮਲਾ ਕਰ ਦਿੱਤਾ। ਟਿੱਡੀ ਦਲ ਕੀ ਸੀ? ਫੌਜਾਂ ਸਨ ਜਿਹੜੀਆਂ ਰਾਤ ਨੂੰ ਵੀ ਕੰਮ ਕਰਦੀਆਂ ਸਨ। ਮਹਾਰਾਜ ਫੌਜਾਂ ਨੇ ਹਮਲਾ ਕਰ ਦਿੱਤਾ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਰਸਾ ਨਦੀ ਦੇ ਕੰਢੇ 'ਤੇ ਹਨ। ਉੱਥੇ ਅੱਜ ਵੀ ਗੁਰਦੁਆਰਾ ਬਣਿਆ, ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ। ਮੈਂ ਕਹਿੰਦਾ ਕਦੀ ਕਲਗੀਧਰ ਮਹਾਰਾਜ ਦੇ ਅਸਥਾਨਾਂ ਦੇ ਨਾਮ ਵੇਖਿਆ ਕਰੋ। ਕਿਸੇ ਗੁਰਦੁਆਰੇ ਦਾ ਨਾਮ ਹੈ ਪਰਿਵਾਰ ਵਿਛੋੜਾ, ਕਿਸੇ ਗੁਰਦੁਆਰੇ ਦਾ ਨਾਮ ਹੈ ਕਤਲਗੜ੍ਹ, ਕਿਸੇ ਗੁਰਦੁਆਰੇ ਦਾ ਨਾਮ ਹੈ ਕੇਸਗੜ੍ਹ ਸਾਹਿਬ, ਕਿਸੇ ਦਾ ਨਾਮ ਹੈ ਆਨੰਦਗੜ੍ਹ ਸਾਹਿਬ, ਕਿਸੇ ਦਾ ਨਾਮ ਹੈ ਦੁਮਾਲਗੜ੍ਹ ਸਾਹਿਬ, ਤੇ ਕਿਸੇ ਦਾ ਨਾਮ ਹੈ ਹਜੂਰ ਸਾਹਿਬ। ਇਹਨਾਂ ਨਾਮਾਂ ਦੇ ਵਿੱਚ ਵੀ ਬੜਾ ਹੀ ਭਾਵ ਜੇ। ਕਿਸੇ ਰਹਿਬਰ ਦਾ ਇਹ ਗੁਰਦੁਆਰਾ ਨਹੀਂ ਕਿਤੇ ਹੋਏਗਾ, ਇਹ ਅਸਥਾਨ ਨਹੀਂ ਹੋਏਗਾ ਜਿਹਦਾ ਨਾਮ ਪਰਿਵਾਰ ਵਿਛੋੜਾ ਰੱਖਿਆ ਗਿਆ ਹੋਏਗਾ। ਮਹਾਰਾਜ ਸੱਚੇ ਪਾਤਸ਼ਾਹ ਬੈਠੇ ਆ ਉੱਥੇ। ਸਾਧ ਸੰਗਤ ਦੀ ਘਮਸਾਨ ਦਾ ਜੰਗ ਹੁੰਦਾ, ਬੜਾ ਲੋਹਾ ਖੜਕੰਦਿਆ। ਇੱਧਰ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ, ਮੀਂਹ ਪੈ ਰਿਹਾ। ਮੀਂਹ ਦੇ ਵਿੱਚ ਵੀ ਗੁਰੂ ਸਾਹਿਬ ਪੜ੍ਹ ਰਹੇ, ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ। ਮਨ ਰਾਮ ਕਸਬੱਟੀ ਲਾਇਆ ਕੰਚਨ ਸੋਵਿੰਨਾ। ਮਹਾਰਾਜ ਗਰੀਬ ਨਵਾਜ਼ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਆ। ਗੁਰੂ ਸਾਹਿਬ ਦੇ ਸਾਹਮਣੇ ਗੁਰੂ ਦੇ ਦੋਵੇਂ ਛੋਟੇ ਲਾਲ ਬੈਠੇ, ਸਤਿਗੁਰੂ ਜੀ ਦੇ ਮਾਤਾ ਜੀ ਬੈਠੇ ਆ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਬੈਠੇ ਆ, ਤੇ ਕੋਲ ਬੈਠੇ ਨੇ ਬਾਬਾ ਜੁਝਾਰ ਸਿੰਘ ਜੀ, ਬਾਬਾ ਅਜੀਤ ਸਿੰਘ ਜੀ। ਜੰਗ ਲੜਦੇ ਆ। ਮਹਾਰਾਜ ਨੂੰ ਪਤਾ ਲੱਗਾ ਸਤਿਗੁਰੂ ਜੀ ਨੇ ਸਹਾਇਤਾ ਵਾਸਤੇ ਆਪਣੀਆਂ ਫੌਜਾਂ ਦੇ ਜਰਨੈਲ ਬਾਬਾ ਜੀ ਬਾਬਾ ਉਦੈ ਸਿੰਘ ਜੀ ਨੂੰ ਭੇਜਿਆ। ਬਾਬਾ ਉਦੈ ਸਿੰਘ ਜੀ ਬਹੁਤ ਵੱਡੇ ਜਰਨੈਲ ਸਨ। ਸਾਧ ਸੰਗਤ ਜੀ, ਜਿਨ੍ਹਾਂ ਦਾ ਚਿਹਰਾ ਮੂਰਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਸੀਗਾ ਜੀ। ਬਾਬਾ ਉਦੈ ਸਿੰਘ ਜੀ ਨੂੰ ਮਹਾਰਾਜ ਨੇ ਕਿਹਾ, ਉਦੈ ਸਿੰਘ ਜਾਓ, ਜਾ ਕੇ ਦੁਸ਼ਮਣਾਂ ਨਾਲ ਲੋਹਾ ਲਓ, ਅਸੀਂ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ। ਬਾਬਾ ਉਦੈ ਸਿੰਘ ਜੀ ਨੂੰ ਪਤਾ ਲੱਗ ਗਿਆ, ਮੈਂ ਹੁਣ ਮਹਾਰਾਜ ਦੇ ਚਰਨਾਂ 'ਚੋਂ ਜਾ ਰਿਹਾ, ਪਰ ਮੈਂ ਪਰਤ ਕੇ ਮਹਾਰਾਜ ਦੇ ਚਰਨਾਂ 'ਚ ਸਰੀਰ ਕਰਕੇ ਵਾਪਸ ਨਹੀਂ ਆਉਣਾ। ਬਾਬਾ ਉਦੈ ਸਿੰਘ ਕਹਿਣ ਲੱਗੇ, ਮਹਾਰਾਜ ਮੈਨੂੰ ਪਤਾ ਹੈ ਮੈਂ ਸ਼ਹੀਦੀ ਪਾ ਜਾਣੀ ਹੈ, ਆਪ ਕਿਰਪਾ ਕਰੋ, ਆਸ਼ੀਰਵਾਦ ਬਖਸ਼ੋ। ਮਹਾਰਾਜ ਕਹਿਣ ਲੱਗੇ, ਉਦੈ ਸਿੰਘ ਤੁਸੀਂ ਸਾਡੇ ਪਿਆਰੇ ਹੋ, ਚੇਤਾ ਰੱਖਿਓ ਜਦੋਂ ਪੰਥ ਵਿੱਚ ਕਿਸੇ ਸਰਦਾਰ ਦੀ ਲੋੜ ਪਏਗੀ ਬਾਰ-ਬਾਰ ਤੁਸੀਂ ਜਨਮ ਲੈ ਕੇ ਆਓਗੇ। ਕਹਿਣ ਲੱਗੇ ਮਹਾਰਾਜ ਦੀਆਂ ਫੌਜਾਂ ਦੇ ਜਰਨੈਲ ਸਨ ਬਾਬਾ ਉਦੈ ਸਿੰਘ ਸਾਹਿਬ ਜੀ। ਬਾਬਾ ਉਦੈ ਸਿੰਘ ਜੀ ਗਏ ਆ, ਇੱਧਰੋਂ ਬਾਬਾ ਉਦੈ ਸਿੰਘ ਜੀ ਤੁਰੇ ਆ, ਉੱਧਰੋਂ ਕਵੀ ਸੰਤੋਖ ਸਿੰਘ ਲਿਖਦੇ ਆ, ਰੰਗ ਰੇਟਾ ਗੁਰੂ ਕਾ ਬੇਟਾ ਭਾਈ ਜੀਵਨ ਸਿੰਘ ਜੀ ਤੁਰੇ ਆ। ਸਾਧ ਸੰਗਤ ਜੀ, ਉਹਨਾਂ ਨੇ ਜਾ ਕੇ ਖੂਬ ਜੰਗ ਲੜੀ ਹੈ।
ਬਾਬਾ ਅਜੀਤ ਸਿੰਘ ਜੀ ਨੂੰ ਇਹ ਕਹਿ ਦਿੱਤਾ ਗਿਆ ਵੀ ਤੁਸੀਂ ਸਤਿਗੁਰੂ ਜੀ ਦੇ ਕੋਲ ਜਾਓ। ਭਾਵੇਂ ਮਹਾਰਾਜ ਨੇ ਬਚਨ ਨਹੀਂ ਸੀ ਕਿਹਾ, ਪਰ ਸਿੰਘ ਚਾਹੁੰਦੇ ਸਨ ਬਾਬਾ ਅਜੀਤ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵਰਗੇ ਹਨ। ਸਾਧ ਸੰਗਤ, ਜਿਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਜਵਾਨੀ ਦੇ ਦਰਸ਼ਨ ਕੀਤੇ ਸਨ, ਉਹ ਜਦੋਂ ਬਾਬਾ ਅਜੀਤ ਸਿੰਘ ਜੀ ਦੇ ਦਰਸ਼ਨ ਕਰਦੇ ਸਨ, ਉਹਨਾਂ ਨੂੰ ਇਉਂ ਲੱਗਦਾ ਸੀ ਕਲਗੀਆਂ ਵਾਲੇ ਤੁਰੇ ਆ ਰਹੇ ਨੇ। ਮਹਾਰਾਜ ਦਾ ਜਵਾਨੀ ਦਾ ਸਰੂਪ ਐਡਾ ਸੋਹਣਾ ਸੀਗਾ। ਉਹੋ ਜਿਹਾ ਰੂਪ ਬਾਬਾ ਅਜੀਤ ਸਿੰਘ ਜੀ ਦਾ। ਸਿੰਘ ਨਹੀਂ ਸੀ ਚਾਹੁੰਦੇ ਬਾਬਾ ਅਜੀਤ ਸਿੰਘ ਜੀ ਨੂੰ ਕੁਝ ਹੋਵੇ। ਮਹਾਰਾਜ ਨੂੰ ਵੀ ਪਤਾ ਅਜੀਤ ਸਿੰਘ ਦੇ ਸ਼ਹੀਦ ਹੋਣ ਵਾਲੀ ਇਹ ਜਗ੍ਹਾ ਨਹੀਂ ਹੈਗੀ, ਸ਼ਹੀਦ ਹੋਣ ਵਾਲੀ ਜਗ੍ਹਾ ਅੱਗੇ ਹੈ। ਉੱਥੇ ਜੰਗ ਹੁੰਦਾ। ਬਾਬਾ ਉਦੈ ਸਿੰਘ ਸਾਹਿਬ ਸਿੰਘਾਂ ਦੇ ਨਾਲ ਰਲ ਕੇ ਟਿੱਡੀ ਦਲ ਨੂੰ ਰੋਕਦੇ ਆ, ਤੇ ਸਾਧ ਸੰਗਤ ਜੀ ਉੱਥੇ ਫਿਰ ਬਾਬਾ ਉਦੈ ਸਿੰਘ ਜੀ ਮਹਾਰਾਜ ਸ਼ਹੀਦ ਹੁੰਦੇ ਆ। ਕਹਿੰਦੇ ਆ ਜਦੋਂ ਬਾਬਾ ਉਦੈ ਸਿੰਘ ਜੀ ਸ਼ਹੀਦ ਹੋਏ ਆ, ਗੋਲੀਆਂ ਵੱਜੀਆਂ, ਬਰਛੀਆਂ ਵੱਜੀਆਂ, ਤਲਵਾਰਾਂ ਵੱਜੀਆਂ, ਇਹਨਾਂ ਦਾ ਸਿਰ ਵੀ ਲਾ ਦਿੱਤਾ ਸੀਗਾ ਦੁਸ਼ਮਣ। ਇਹਨਾਂ ਤੇ ਇੰਨਾ ਦੁਖੀ ਸੀਗਾ ਇਹਨਾਂ ਤੋਂ, ਇਹ ਛੇਤੀ ਸ਼ਹੀਦ ਨਾ ਸੀ ਹੁੰਦੇ। ਜਦੋਂ ਬਾਬਾ ਉਦੈ ਸਿੰਘ ਜੀ ਲੜੇ ਆ, ਜਦੋਂ ਸ਼ਹੀਦ ਹੋਏ ਆ, ਉਹ ਅੱਜ ਦਾ ਅੰਮ੍ਰਿਤ ਵੇਲਾ ਸੀਗਾ। ਦਾਸ ਉਸ ਸਥਾਨ ਦੇ ਦਰਸ਼ਨ ਕਰਕੇ ਆਇਆ ਜਿੱਥੇ ਬਾਬਾ ਉਦੈ ਸਿੰਘ ਜੀ ਦਾ ਸ਼ਹੀਦੀ ਸਥਾਨ ਬਣਿਆ ਹੋਇਆ। ਜਦੋਂ ਬਾਬਾ ਜੀ ਸ਼ਹੀਦ ਹੋਏ ਆ, ਦੇਵਤੇ ਵੀ ਅਸਮਾਨ ਦੇ ਵਿੱਚ ਖਲੋ ਕੇ ਵੇਖਦੇ ਆ, ਵਾਹ ਵਾਹ ਗੁਰੂ ਦਾ ਸਿੰਘ ਕਿੰਨਾ ਮਹਾਨ ਹੈ। ਮਹਾਰਾਜ ਨੇ ਬਾਬਾ ਉਦੈ ਸਿੰਘ ਜੀ ਨੂੰ ਕਿਹਾ ਸੀ, ਉਦੈ ਸਿੰਘ ਜੀ ਜਦੋਂ ਸਰੀਰ ਵਿੱਚੋਂ ਪ੍ਰਾਣ ਨਿਕਲਣ ਲੱਗਣਗੇ, ਸਾਡਾ ਧਿਆਨ ਧਾਰ ਲਿਓ, ਤੁਸੀਂ ਸਿੱਧਾ ਹੀ ਸਾਡੇ ਕੋਲ ਆ ਜਾਓਗੇ। ਸਾਧ ਸੰਗਤ ਜੀ, ਦੇਵਤੇ ਵੇਖਦੇ ਆ ਜਦੋਂ ਬਾਬਾ ਉਦੈ ਸਿੰਘ ਜੀ ਦੀ ਬਰਛੀਆਂ ਵੱਜੀਆਂ, ਸ਼ਸਤਰ ਵੱਜੇ, ਸਰੀਰ ਵਿੱਚੋਂ ਜਾਨ ਨਿਕਲਣ ਲੱਗੀ ਹੈ, ਬਾਬਾ ਉਦੈ ਸਿੰਘ ਜੀ ਨੇ ਕਲਗੀਧਰ ਜੀ ਦਾ ਧਿਆਨ ਧਾਰਿਆ। ਕੁਰਬਾਨ ਜਾਈਏ ਇਹਨਾਂ ਸਿੰਘਾਂ ਦੇ ਉੱਤੇ, ਐਸੇ ਸਿੰਘਾਂ ਤੇ ਕੁਰਬਾਨ ਜਾਈਏ ਜਿਨ੍ਹਾਂ ਨੇ ਆਪਣੀ ਜਾਨ ਵਾਰ ਲਈ, ਪਰ ਮਹਾਰਾਜ ਸੱਚੇ ਪਾਤਸ਼ਾਹ ਦਾ ਧਿਆਨ ਨਹੀਂ ਛੱਡਿਆ ਜੀ, ਧਿਆਨ ਨਹੀਂ ਛੱਡਿਆ। ਬਾਬਾ ਉਦੈ ਸਿੰਘ ਜੀ ਸ਼ਹੀਦ ਹੋਏ ਆ, ਭਾਈ ਜੀਵਨ ਸਿੰਘ ਜੀ ਸ਼ਹੀਦ ਹੋਏ ਆ ਉੱਥੇ। ਤੇ ਸਾਧ ਸੰਗਤ ਉੱਧਰੋਂ ਫਿਰ ਬਾਬਾ ਅਜੀਤ ਸਿੰਘ ਜੀ ਜੰਗ ਵਿੱਚੋਂ ਮਹਾਰਾਜ ਸਾਹਿਬ ਜੀ ਦੇ ਨਾਲ ਆਏ ਆ। ਬਾਬਾ ਅਜੀਤ ਸਿੰਘ ਜੀ ਕਲਗੀਧਰ ਜੀ ਦੇ ਨਾਲ ਆ ਰਲੇ ਆ। ਅੱਗੋਂ ਫਿਰ ਕੀ ਬਣਦਾ, ਹਜ਼ੂਰ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਉੱਥੋਂ ਫਿਰ ਸਰਸਾ ਪਾਰ ਕਰਨੀ ਹੈ। ਤੇ ਸਰਸਾ ਪਾਰ ਇੰਝ ਨਹੀਂ ਸੀ ਹੋਣੀ, ਸਰਸਾਂ ਦੇ ਵਿੱਚ ਉਤਰਨਾ ਪੈਣਾ ਸੀਗਾ। ਉਦੋਂ ਕਿਹੜਾ ਪੁੱਲ ਬਣਿਆ ਸੀ, ਸਰਸਾ ਨਦੀ ਪੂਰੇ ਭਰ ਜੋਬਨ ਤੇ ਵਗ ਰਹੀ ਸੀ, ਮੀਂਹ ਪੈ ਰਿਹਾ ਸੀ। ਆਸਾ ਜੀ ਦੀ ਵਾਰ ਦਾ ਕੀਰਤਨ ਸੰਪੂਰਨ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਬਸ ਉਹੋ ਹੀ ਸਰਸਾ ਨਦੀ ਦਾ ਕੰਢਾ 'ਚ ਜਿੱਥੇ ਮੇਰੇ ਕਲਗੀਆਂ ਵਾਲੇ ਦਾ ਪਰਿਵਾਰ ਇਕੱਠਾ ਸੀ, ਮੁੜ ਸਰੀਰ ਕਰਕੇ ਪਰਿਵਾਰ ਇਕੱਠਾ ਨਹੀਂ ਹੋਇਆ। ਧਾਰਨਾ ਪੜ੍ਹਦੇ ਹੁੰਦੇ ਸਨ, ਸਰਸਾ ਨਦੀ ਤੇ ਵਿਛੋੜਾ ਪੈ ਗਿਆ ਨਿੱਕੇ ਨਿੱਕੇ ਬੱਚਿਆਂ ਦਾ, ਪਰ ਇਕੱਲੇ ਨਿੱਕੇ ਬੱਚਿਆਂ ਦਾ ਨਹੀਂ, ਮਹਾਰਾਜ ਦੇ ਸਾਰੇ ਪਰਿਵਾਰ ਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕੁਝ ਸਿੰਘਾਂ ਦੇ ਨਾਲ, 2 ਸਾਹਿਬਜ਼ਾਦਿਆਂ ਦੇ ਨਾਲ ਸਾਧ ਸੰਗਤ ਜੀ ਚਮਕੌਰ ਸਾਹਿਬ ਵੱਲ ਨੂੰ ਹੋ ਤੁਰੇ ਆ। ਬਾਬਾ ਫਤਿਹ ਸਿੰਘ ਜੀ, ਬਾਬਾ ਜੋਰਾਵਰ ਸਿੰਘ ਸਾਹਿਬ, ਜਿਨ੍ਹਾਂ ਦੀ ਉਮਰ ਬਹੁਤ ਛੋਟੀ 5-9 ਸਾਲ ਦੀ, ਬਜ਼ੁਰਗ ਮਾਤਾ ਗੁਜਰੀ ਜੀ। ਸਾਧ ਸੰਗਤ ਜੀ ਉਹ ਸਰਸਾ ਨਦੀ ਦੇ ਵਿੱਚੋਂ ਤੇਜ਼ ਵਹਾਅ ਵਿੱਚ ਰੁੜ ਗਏ। ਹੜ੍ਹ ਆਇਆ ਹੋਇਆ ਸੀ। ਪਿਛੇ ਜੇ ਅਸੀਂ ਦਰਸ਼ਨ ਕਰਨ ਗਏ ਸਾਂ ਕੁੰਮੇ ਮਾਸ਼ਕੀ ਦੀ ਛੰਨ ਦੇ, ਜਿੱਥੇ ਜਾ ਪਹਿਲਾ ਪੜਾਅ ਕੀਤਾ ਸੀਗਾ। ਹੜ੍ਹ ਆਇਆ ਹੋਇਆ ਸੀ, ਉਦੋਂ ਵੀ ਬੜਾ ਜ਼ਿਆਦਾ ਡਰਾਵਣਾ ਮਾਹੌਲ ਸੀਗਾ। ਅਸੀਂ ਅਜੇ ਦਿਨੇ ਗਏ ਸਾਂ, ਕਿਉਂਕਿ ਉਹ ਬਹੁਤ ਅੱਗੇ ਜਾ ਕੇ ਵਿੱਚ ਜੇ ਗੁਰਦੁਆਰਾ। ਮੈਂ ਸੋਚਿਆ ਮਨਾ ਉਦੋਂ ਤੇ ਰਾਤ ਦਾ ਸਮਾਂ ਸੀਗਾ, ਹੜ੍ਹ ਦੇ ਵਿੱਚ ਕਿਵੇਂ ਸਾਹਿਬਜ਼ਾਦੇ ਆਏ ਹੋਣਗੇ ਰੁੜ ਰੁੜ ਕੇ। ਉਹ ਇੱਕ ਪਾਸੇ ਹੋ ਗਏ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਕੁਝ ਸਿੰਘ ਉਹ ਇੱਕ ਪਾਸੇ ਦਿੱਲੀ ਵੱਲ ਨੂੰ ਹੁਕਮ ਸੀ, ਉਹ ਉਸ ਪਾਸੇ ਨੂੰ ਹੋ ਗਏ। ਸਾਧ ਸੰਗਤ ਜੀ ਕਲਗੀਧਰ ਮਹਾਰਾਜ ਇੱਕ ਪਾਸੇ ਨੂੰ ਹੋ ਗਏ। ਅੱਜ ਵਾਲਾ ਜਿਹੜੀ ਰਾਤ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਾਤਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਾਤਾ, ਛੋਟੇ ਸਾਹਿਬਜ਼ਾਦੇ, ਉਹਨਾਂ ਨੇ ਕੁੰਮੇ ਮਾਸ਼ਕੀ ਦੇ ਘਰ ਰਾਤ ਕੱਟੀ ਸੀਗੀ ਜੀ।
ਅੱਜ ਵਾਲੀ ਜਿਹੜੀ ਰਾਤ ਹੈ। ਇੱਧਰੋਂ ਦਿਨੇ ਮਹਾਰਾਜ ਸੱਚੇ ਪਾਤਸ਼ਾਹ ਤੁਰੇ ਹੈ ਤੇ ਤੇਜ਼ੀ ਨਾਲ ਤੁਰਦੇ ਆ। ਕੁਝ ਜ਼ਖਮੀ ਸਿੰਘ ਵੀ ਮਹਾਰਾਜ ਜੀ ਦੇ ਨਾਲ ਹਨ। ਮਹਾਰਾਜ ਚਲਦੇ ਚਲਦੇ ਕੋਟਲਾ ਨਿਹੰਗ ਖਾਂ ਪਹੁੰਚੇ। ਨਿਹੰਗ ਖਾਂ ਇੱਕ ਮੁਸਲਮਾਨ ਵਿਅਕਤੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦਾ ਭੌਰਾ ਹੈ, ਕੋਟਲੇ 'ਚ ਰਹਿੰਦਾ ਹੈ। ਹੁਣ ਉਸ ਜਗ੍ਹਾ ਦਾ ਨਾਮ ਹੀ ਕੋਟਲਾ ਨਿਹੰਗ ਖਾਂ ਹੋ ਗਿਆ। ਮਹਾਰਾਜ ਉਹਦੇ ਘਰ ਵਿੱਚ ਪਹੁੰਚੇ ਹੈ। ਇਹਨੂੰ ਪਤਾ ਹੈ ਆਨੰਦਪੁਰ ਸਾਹਿਬ ਘੇਰੇ ਪਏ ਹੋਏ ਸੀ। ਮਹਾਰਾਜ ਆਨੰਦਪੁਰ ਸਾਹਿਬ ਵਿੱਚੋਂ ਨਿਕਲ ਕੇ ਆਏ ਆ, ਜ਼ਰੂਰ ਫੌਜਾਂ ਪਿੱਛੇ ਹੋਣਗੀਆਂ। ਪਰ ਇਹ ਮਹਾਰਾਜ ਨੂੰ ਕਹਿੰਦਾ ਹੁੰਦਾ ਸੀ, ਮਹਾਰਾਜ ਸਮਾਂ ਬਣੇਗਾ, ਕਿਰਪਾ ਕਰਿਓ ਮੇਰੇ ਘਰ ਚਰਨ ਪਾਇਓ। ਮਹਾਰਾਜ ਉਹਦੇ ਘਰ ਪਹੁੰਚੇ ਆ। ਨਿਹੰਗ ਖਾਂ ਉੱਥੇ ਆਨੰਦਪੁਰ ਸਾਹਿਬ ਜਾ ਕੇ ਘੋੜੇ ਵੇਚਦਾ ਹੁੰਦਾ ਸੀ, ਘੋੜੇ ਖਰੀਦਦਾ ਹੁੰਦਾ ਸੀ। ਬੜੀ ਵੱਡੀ ਮੰਡੀ ਲੱਗਦੀ ਸੀਗੀ ਉੱਥੇ। ਨਿਹੰਗ ਖਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ। ਦਰਸ਼ਨ ਕਰਕੇ ਬੜਾ ਹੀ ਖੁਸ਼ ਹੋਇਆ। ਕਹਿੰਦਾ ਮਹਾਰਾਜ ਹੁਕਮ ਕਰੋ। ਮਹਾਰਾਜ ਦੇ ਵਾਹਿਗੁਰੂ ਸਰੀਰ ਤੇ ਜਿਹੜੇ ਕੱਪੜੇ ਪਾਏ ਆ ਉਹ ਮੀਂਹ ਦੇ ਨਾਲ ਭਿੱਜੇ ਹੋਏ। ਮਹਾਰਾਜ ਕਹਿਣ ਲੱਗੇ, ਨਿਹੰਗ ਖਾਂ ਤੂੰ ਸਾਡੀ ਸੇਵਾ ਕਰਨੀ ਚਾਹੁੰਦਾ? ਆਹ ਸਾਡਾ ਸਿੰਘ ਹੈ, ਇਹਦਾ ਨਾਮ ਹੈ ਬਚਿੱਤਰ ਸਿੰਘ। ਭਾਈ ਬਚਿੱਤਰ ਸਿੰਘ ਜੀ ਜਿਨ੍ਹਾਂ ਮਸਤ ਹਾਥੀ ਦਾ ਮੁਕਾਬਲਾ ਕੀਤਾ ਸੀਗਾ। ਮਹਾਰਾਜ ਕਹਿਣ ਲੱਗੇ ਕੁਝ ਸਮੇਂ ਬਾਅਦ ਇਹਨੇ ਸਰੀਰ ਤਿਆਗਣਾ। ਨਿਹੰਗ ਖਾਂ ਤੂੰ ਸਾਡੇ ਇਸ ਪਿਆਰੇ ਦੀ ਸੇਵਾ ਕਰ। ਨਿਹੰਗ ਖਾਂ ਸਤ ਬਚਨ ਕਰਦਾ। ਮਹਾਰਾਜ ਉੱਥੋਂ ਚਲੇ ਜਾਂਦੇ ਆ। ਅਜੇ ਗੁਰੂ ਸਾਹਿਬ ਉੱਥੋਂ ਤੁਰੇ ਹੀ ਹੁੰਦੇ ਆ, ਨਾਲ ਹੀ ਪਿੱਛੇ ਨਿਹੰਗ ਖਾਂ ਦੇ ਘਰ ਵਿੱਚ ਫੌਜਾਂ ਆ ਜਾਂਦੀਆਂ। ਕਹਿੰਦੇ ਸਾਨੂੰ ਪਤਾ ਲੱਗਾ। ਉਹ ਮਹਾਰਾਜ ਨੂੰ ਗੁਰੂ ਤੇ ਨਹੀਂ ਸੀ ਕਹਿੰਦੇ ਹੁੰਦੇ, ਗੁਰੂ ਸਾਹਿਬ ਬਾਰੇ ਕਹਿੰਦੇ ਸਾਨੂੰ ਪਤਾ ਲੱਗਾ ਉਹ ਇੱਥੇ ਆਏ ਸਨ। ਨਿਹੰਗ ਖਾਂ ਕਹਿੰਦਾ ਜੇ ਇੱਥੇ ਆਏ ਨੇ ਤੇ ਲੱਭ ਲਓ ਫਿਰ ਕਿੱਥੇ ਹੈ। ਸਾਧ ਸੰਗਤ ਘਰ ਦੀ ਤਲਾਸ਼ੀ ਲਈ, ਪਰ ਭਾਈ ਬਚਿੱਤਰ ਸਿੰਘ ਵੀ ਉਹਦੇ ਘਰ ਵਿੱਚ ਹਨ। ਜੇ ਭਾਈ ਬਚਿੱਤਰ ਸਿੰਘ ਨਿਹੰਗ ਖਾਂ ਦੇ ਘਰੋਂ ਬਰਾਮਦ ਹੋ ਜਾਂਦੇ ਆ ਤੇ ਨਿਹੰਗ ਖਾਂ ਨੂੰ ਪਰਿਵਾਰ ਸਮੇਤ ਮਾਰ ਦਿੱਤਾ ਜਾਣਾ ਸੀ। ਇਹਨੇ ਪਨਾਹ ਦਿੱਤੀ ਹੈ। ਨਿਹੰਗ ਖਾਂ ਇੱਕ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਜੀ ਨੂੰ ਲੰਮੇ ਪਾਇਆ ਸੀਗਾ, ਸਹਿਕ ਰਹੇ ਸਨ। ਤੇ ਉਹ ਜਦੋਂ ਉਸ ਕਮਰੇ 'ਚ ਚੱਲੇ ਨਾ, ਨਿਹੰਗ ਖਾਂ ਨੇ ਇਹ ਗੱਲ ਕਹੀ, ਅੰਦਰ ਨਾ ਜਾਇਓ। ਕਹਿੰਦਾ ਕਿਉਂ? ਇੱਥੇ ਤੁਸੀਂ ਬੱਚੀਆਂ ਵਾਲੀਆਂ ਮਾਵਾਂ ਬੈਠੀਆਂ 'ਚ, ਉਹ ਪੁਰਸ਼ ਬੈਠੇ 'ਚ ਜਿਨ੍ਹਾਂ ਦੇ ਘਰ ਵਿੱਚ ਧੀਆਂ ਨੇ, ਕੋਈ ਬਾਪ ਇਹ ਗੱਲ ਨਹੀਂ ਕਹਿੰਦਾ। ਨਿਹੰਗ ਖਾਂ ਦੀ ਬਹੁਤ ਵੱਡੀ ਕੁਰਬਾਨੀ ਸੀ। ਨਿਹੰਗ ਖਾਂ ਨੇ ਆਖਿਆ ਅੰਦਰ ਨਾ ਜਾਇਓ, ਅੰਦਰ ਮੇਰਾ ਧੀ ਤੇ ਜਵਾਈ ਸੁੱਤੇ ਹੋਏ ਨੇ। ਕੋਈ ਵੀ ਫਿਰ ਕਿਵੇਂ ਅੰਦਰ ਜਾਏਗਾ? ਫੌਜਾਂ ਅੰਦਰ ਨਹੀਂ ਗਈਆਂ। ਕੁਝ ਸਮੇਂ ਬਾਅਦ ਫੌਜਾਂ ਦੇ ਜਾਣ ਤੋਂ ਬਾਅਦ ਭਾਈ ਬਚਿੱਤਰ ਸਿੰਘ ਜੀ ਸ਼ਹੀਦੀ ਪਾ ਗਏ। ਕੁਝ ਦਿਨਾਂ ਬਾਅਦ ਉਹਦੀ ਬੱਚੀ ਮੁਮਤਾਜ਼, ਉਹਦੇ ਰਿਸ਼ਤੇ ਦੀ ਗੱਲ ਚੱਲੀ। ਉਹਨੇ ਆਖਿਆ ਪਿਤਾ ਜੀ ਹੁਣ ਮੇਰਾ ਰਿਸ਼ਤਾ ਨਹੀਂ ਹੋ ਸਕਦਾ। ਪੁੱਛਿਆ ਕਿਉਂ? ਕਹਿਣ ਲੱਗੀ ਮੇਰਾ ਰਿਸ਼ਤਾ ਨਿਕਾਹ ਸਭ ਕੁਝ ਹੋਇਆ। ਕਹਿੰਦਾ ਕਿਹਦੇ ਨਾਲ? ਕਹਿਣ ਲੱਗੀ ਤੁਸੀਂ ਬਚਨ ਕੀਤਾ ਸੀ ਨਾ, ਮੇਰਾ ਧੀ ਜਵਾਈ ਮੈਂ ਉਸ ਗੁਰੂ ਕੇ ਸਿੱਖ ਨੂੰ ਮਨ ਹੀ ਮਨ ਆਪਣਾ ਪਤੀ ਮੰਨ ਬੈਠੀ ਹਾਂ, ਹੁਣ ਨਹੀਂ ਮੈਂ ਕਰਨਾ। ਉਹਦੀ ਸੇਵਾ ਕੀਤੀ, ਉਹਦੇ ਜ਼ਖਮ ਸਾਫ਼ ਕੀਤੇ ਸਨ। ਬੀਬੀ ਮੁਮਤਾਜ਼ ਦੀ ਉਮਰ ਉਦੋਂ 18 ਸਾਲਾਂ ਦੀ ਸੀ। ਨਿਹੰਗ ਖਾਂ ਕਹਿੰਦਾ ਬੱਚੀ ਵੇਖ ਲੈ ਸਾਰੀ ਉਮਰ ਪਈ ਹੈ। ਕਹਿਣ ਲੱਗੇ ਪਿਤਾ ਜੀ ਮੈਨੂੰ ਮਨਜ਼ੂਰ ਹੈ। ਮੁਮਤਾਜ਼ ਬੀਬੀ ਦੀ ਉਮਰ 118 ਸਾਲਾਂ ਦੀ ਕੁੱਲ ਹੋਈ ਹੈ। 100 ਸਾਲ ਮੁਮਤਾਜ਼ ਬੀਬੀ ਉਹਦੇ ਤੋਂ ਬਾਅਦ ਜਿਉਂਦੀ ਰਹੀ, ਪਰ ਸਾਧ ਸੰਗਤ ਉਹਨੇ ਫਿਰ ਵਿਆਹ ਨਹੀਂ ਸੀ ਕਰਾਇਆ। ਇੱਕ ਥਾਂ ਤੇ ਬੈਠ ਕੇ ਭਜਨ ਕੀਤਾ ਪਰਮੇਸ਼ਰ ਦਾ। ਜਿੱਥੇ ਉਹਨੇ ਭਜਨ ਕੀਤਾ ਉੱਥੇ ਅੱਜ ਅਸਥਾਨ ਬਣਿਆ। ਉਸ ਜਗ੍ਹਾ ਦਾ ਨਾਮ ਹੈ ਗੁਰਦੁਆਰਾ ਮੁਮਤਾਜ਼ਗੜ੍ਹ ਸਾਹਿਬ। ਅਸਥਾਨ ਬਣਿਆ ਹੋਇਆ, ਉੱਥੇ ਮੇਲੇ ਲੱਗਦੇ ਆ। 100 ਸਾਲ ਉਹਨੇ ਉੱਥੇ ਭਜਨ ਕੀਤਾ। ਕਹਿੰਦੇ ਜੋ ਮੰਗੋ ਉੱਥੋਂ ਮਿਲ ਜਾਂਦਾ ਹੈ। ਉਹਨੇ ਭਜਨ ਕੀਤਾ। ਇੱਧਰੋਂ ਮੈਂ ਚਮਕੌਰ ਸਾਹਿਬ ਵਾਲੇ ਪਾਸੇ ਆਵਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਮਹਾਰਾਜ 40 ਕੁ ਸਿੰਘਾਂ ਦੇ ਸਮੇਤ
ਸਾਹਿਬਜ਼ਾਦਿਆਂ ਦੇ ਸਮੇਤ ਚਮਕੌਰ ਸਾਹਿਬ ਆਏ, ਇੱਕ ਬਾਗ ਦੇ ਵਿੱਚ ਠਹਿਰੇ। ਬੁੱਧੀ ਚੰਦ ਹੋਣੀ ਦੋ ਭਰਾ ਸਨ। ਮਹਾਰਾਜ ਨੇ ਕਿਹਾ, ਬੁੱਧੀ ਚੰਦ ਤੇਰੀ ਹਵੇਲੀ ਹੈ ਇੱਥੇ। ਮਹਾਰਾਜ ਜ਼ਰੂਰ, ਮੈਂ ਸੇਵਾ 'ਚ ਹਾਜ਼ਰ ਕਰਦਾ, ਭਰਾ ਨੂੰ ਪੁੱਛ ਲਵਾਂ। ਭਰਾ ਨੇ ਨਾ ਨੁੱਕਰ ਕੀਤੀ। ਬੁੱਧੀ ਚੰਦ ਕਹਿੰਦਾ, ਤੁਸੀਂ ਮੇਰੇ ਵਾਲੇ ਪਾਸੇ ਰਹੋ। ਹਵੇਲੀ ਸੀ ਥੋੜ੍ਹੀ ਉੱਚੀ ਥਾਂ 'ਤੇ ਬਣੀ। ਉਸ ਚਮਕੌਰ ਦੀ ਗੜੀ ਦੇ ਵਿੱਚ ਸੱਚੇ ਪਾਤਸ਼ਾਹ ਗਏ ਹੈ। ਵਿਦਵਾਨ ਲਿਖਦਾ ਹੈ, ਕੱਚੀ ਗੜੀ ਹੈ। ਜਦੋਂ ਮਹਾਰਾਜ ਉਸ ਗੜੀ ਦੇ ਵਿੱਚ ਐਂਟਰ ਹੋਣ ਲੱਗੇ ਹੈ, ਪ੍ਰਵੇਸ਼ ਹੋਣ ਲੱਗੇ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇੱਕ ਪਾਸੇ ਸੀ ਬਾਬਾ ਅਜੀਤ ਸਿੰਘ ਜੀ, ਦੂਜੇ ਪਾਸੇ ਸਨ ਬਾਬਾ ਜੁਝਾਰ ਸਿੰਘ ਜੀ। ਮਹਾਰਾਜ ਨੂੰ ਪਤਾ ਹੈ, ਅੱਜ ਮੈਂ ਜੀਂਦਿਆਂ ਜੀ ਇਸ ਗੜੀ ਵਿੱਚ ਐਂਟਰ ਹੋ ਰਿਹਾ। ਮੇਰੇ ਦੋਵੇਂ ਪੁੱਤਰ ਮੇਰੇ ਨਾਲ ਨੇ। ਕੱਲ੍ਹ ਰਾਤ ਨੂੰ ਜਦੋਂ ਮੈਂ ਤਾੜੀ ਮਾਰ ਕੇ ਬਾਹਰ ਆਉਣਾ, ਇੱਕ ਪੁੱਤਰ ਦੀ ਲਾਸ਼ ਇੱਧਰ ਪਈ ਹੋਣੀ, ਇੱਕ ਦੀ ਲਾਸ਼ ਇੱਧਰ ਪਈ ਹੋਣੀ ਹੈ। ਸੱਚੇ ਪਾਤਸ਼ਾਹ ਨੂੰ ਸਾਰੀ ਗੱਲ ਦਾ ਪਤਾ। ਗੁਰੂ ਨੇ, ਗੁਰੂ ਤੋਂ ਕਿਸ ਚੀਜ਼ ਦਾ ਓਲਾ ਹੈ ਖਾਲਸਾ ਜੀ। ਮਹਾਰਾਜ ਸੱਚੇ ਪਾਤਸ਼ਾਹ ਅੰਦਰ ਗਏ ਹੈ। ਕੋਈ ਪ੍ਰਸ਼ਾਦਾ ਨਹੀਂ ਛਕਣ ਨੂੰ ਮਿਲਿਆ। ਜੋਗੀ ਅੱਲਾ ਯਾਰ ਖਾਂ ਲਿਖਦਾ, ਕਹਿੰਦਾ ਉਸ ਰਾਤ ਵੀ ਸਿੰਘਾਂ ਨੇ ਕੜਾਕਾ ਹੀ ਕੱਟਿਆ ਸੀਗਾ। ਕੜਾਕੇ ਦਾ ਭਾਵ ਨਿਹੰਗ ਸਿੰਘਾਂ ਦੀ ਬੋਲੀ 'ਚ ਕਹਿੰਦੇ ਜਦੋਂ ਪ੍ਰਸਾਦੇ ਖਤਮ ਹੋ ਜਾਣ, ਮਸਤ ਹੋ ਜਾਣ, ਉਹ ਮਸਤ ਨਹੀਂ ਕਹਿੰਦੇ, ਉਹ ਕਹਿੰਦੇ ਆ ਅੱਜ ਕੜਾਕੇ ਛਕੇ ਹੈ। ਭਾਵ ਅੱਜ ਕੁਝ ਵੀ ਨਹੀਂ ਛਕਿਆ, ਕੁਝ ਵੀ ਨਹੀਂ ਛਕਿਆ। ਸ਼ਾਮ ਹੋ ਗਈ ਸੀਗੀ, ਕੱਪੜੇ ਗਿੱਲੇ ਆ। ਤੁਸੀਂ ਵੇਖੋ ਠੰਡ ਕਿੰਨੀ ਪੈ ਰਹੀ ਹੈ। ਠੰਡ ਸੀਗੀ ਪੂਰੀ। ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਸ਼ਾਮ ਦੀ ਰਹਿਰਾਸ ਸਾਹਿਬ ਦਾ ਜਿਹੜਾ ਪਾਠ ਹੈ, ਉਹ ਚਮਕੌਰ ਸਾਹਿਬ ਜੀ ਦੀ ਗੜੀ ਵਿੱਚ ਕੀਤਾ ਸੀ। ਚਮਕੌਰ ਦੀ ਗੜੀ 'ਚ ਜਦੋਂ ਪਾਠ ਕੀਤਾ, ਪਾਠ ਕਰਨ ਤੋਂ ਬਾਅਦ ਮਹਾਰਾਜ ਨੇ ਸਿੰਘਾਂ ਨੂੰ ਕਿਹਾ, ਸਿੰਘੋ, ਚਮਕੌਰ ਦੀ ਗੜੀ ਭਾਵੇਂ ਕੱਚੀ ਹੈ, ਪਰ ਕੱਲ੍ਹ ਨੂੰ ਜਿਹੜੀ ਇੱਥੇ ਪ੍ਰੀਖਿਆ ਹੋਣੀ ਉਹ ਪੱਕੀ ਹੋਣੀ ਹੈ। ਮਹਾਰਾਜ ਦਾ ਸ਼ਾਹੀ ਆਸਣ ਰੋਜ਼ ਲੱਗਦਾ ਸੀਗਾ। ਉਸ ਰਾਤ ਸਿੰਘਾਂ ਨੇ ਆਸਣ ਲਾਇਆ ਜਿੰਨਾ ਕੁ ਹੋ ਸਕਦਾ ਸੀ। ਗੁਰੂ ਗੋਬਿੰਦ ਸਿੰਘ ਦਾ ਇੱਕ ਆਸਣ ਲਾਤਾ, ਪਰਾਂ ਵੱਖਰਾ ਤੰਬੂ ਲਾ ਦਿੱਤਾ। ਮਹਾਰਾਜ ਉਹਦੇ ਵਿੱਚ ਚਲੇ ਗਏ। ਸਿੰਘ ਜਿਹੜੇ ਆ ਉਹ ਘੋੜਿਆਂ ਦੀਆਂ ਕਾਠੀਆਂ ਵਿਛਾ ਕੇ ਭੁੱਖਣ ਭਾਣੇ ਹੀ ਲੰਮੇ ਪੈ ਗਏ ਜੀ। ਜੋਗੀ ਅੱਲਾ ਯਾਰ ਖਾਂ ਲਿਖਦਾ, ਕੁਛ ਲੇਟ ਗਏ ਖਾਕ ਭੇਜੀ ਪੋਸ਼ ਵਿਛਾਕਰ, ਕਈ ਪਹਿਰਾ ਦੇਣੇ ਲੱਗੇ ਤਲਵਾਰ ਉਠਾ ਕਰ। ਕਈ ਜੀ ਪੋਸ਼ ਘੋੜੇ ਦੀਆਂ ਕਾਠੀਆਂ ਵਿਛਾ ਕੇ ਲੰਮੇ ਪੈ ਗਏ। ਉੱਥੇ ਕਿੰਨੇ ਤਲਾਈਆਂ ਦੇਣੀਆਂ ਸਨ। ਪਿਆਰਿਓ, ਦੋ ਭਰਾ ਸਨ, ਮਦਨ ਸਿੰਘ ਤੇ ਕੋਠਾ ਸਿੰਘ। ਇਹ ਚਮਕੌਰ ਦੀ ਗੜੀ ਦਾ ਪਹਿਰਾ ਦੇਣ ਲੱਗੇ, ਕਿਤੇ ਰਾਤ ਸੁੱਤਿਆਂ ਤੇ ਹੀ ਕੋਈ ਆ ਕੇ ਹਮਲਾ ਨਾ ਕਰਦੇ। ਕੁਛ ਲੇਟ ਗਏ ਖਾਕ ਭੇਜੀ ਪੋਸ਼ ਵਿਛਾ ਕਰ, कई पहरा देने लगे तलवारें उठाकर। गोविंद भी शबबाश हुए खैमे में जाकर, देखा तो वहाँ बैठे हैं गर्दन को झुकाकर। महाराज जी नूं भी वेखिया ਸਿੰਘਾਂ ने जाके की वेखदे आ, गुरु गोबिंद सिंह जी गर्दन झुका के बैठे हुए हैं। वाहेगुरु वाहेगुरु मुख से है निकलता है तू ही तू ही तू ही, मुख से है गुजरता। जब 1.5 घड़ी रात गुजरी, जिक्र खुदा में खैमे से निकल आए सरकार हवा में। कहते 1.5 घड़ी रात गुजरी वाहिगुरु जी की याद विच। महाराज बाहर आ गए। गुरु गोबिंद सिंह जी वेख्या 2 सिंह पहरा दे रहे। महाराज ने मदन सिंह ते कोठा सिंह नूं कहा, बच्चों तुसीं भी सौ जाओ। महाराज पहरा कौन देगा? गुरु गोबिंद सिंह साहब कहन लगे, अज रात दा पहरा मैं आप देंगा। कोई लभेगा इहो जिहा इष्ट? प्यारिओ कला ये पैरा नहीं देंदे, जे सिख बुरे पासे पैर रख ले। महाराज सच्चे पातशाह भाई जोगा सिंह वरी भी रात जाग के पैरा देंदे रहे सन जी। महाराज उदों भी पैरा देंदे। महाराज कला उदों नहीं पैरा देंदे कि आपां कहिए इत्थे पैरा दिता, पर फिर भी बड़ी वड्डी गल च गुरु गोबिंद सिंह साहब आप रात पैरा देंदे। तब कदमों में टहलते थे, लेकिन दिल था दुआ में। बोले ऐ खुदाबंद खुश हूँ तेरी रजा में। कदमां नाल टहल रहे सन,
ਮਨ ਵਾਹਿਗੁਰੂ ਦੀ ਯਾਦ 'ਚ ਜੁੜਿਆ ਹੋਇਆ ਸੀ। ਪਤਾ ਮਨ 'ਚ ਕੀ ਕਹਿੰਦੇ ਆ? ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜਾ ਮੇਂ, ਮੈਂ ਤੇਰੀ ਰਜਾ ਵਿੱਚ ਖੁਸ਼ ਹਾਂ। मैं तेरा हूँ, मेरे बच्चे भी हैं तेरे मौला, जिन्ने सुते 40 अंदर। मैं तेरा हूँ, मेरे बच्चे भी हैं तेरे मौला, थे तेरे हैं तेरे रहेंगे तेरे दाता। कहन लगे गुरु साहब ने आख्या सीगा, कहंदे करतार से बोले गोया रूबरू होकर, कल जाऊंगा मैं चमकौर से सुरखरू होकर। महाराज अरदास करदे वाहिगुरू कल नूं मैं चमकौर विचों सुरखरू हो के जावांगा। अज इन्हें सिंह ने कल तिन्ना ने नाल तुरना, बस पुत्र जिहड़े वो इत्थे ही खा के सपुरद हो जाने। हजूर गरीब नवाज भाव इत्थों दी मिट्टी विच ही रह जाने हैं। महाराज सच्चे पातशाह रात पहरा देंदे है। प्यारिओ उस रात पहरा देंदियां देंदियां कहते जोगी अल्लाह यार खां लिखता है, कहता है गुरु गोबिंद सिंह ने शिकवा नहीं किया। गुरु गोबिंद सिंह जी ने उदों भी रब का शुक्र ही किया सीगा जी। बस आ फर्क च साडा, असी गल गल ते रब नूं लामे दे देने। प्यारिओ जिस गुरु दे असी बच्चे हाँ, उस गुरु ने लामा नहीं दिता, उस गुरु ने हर अवस्था विच वाहिगुरू जी का शुक्र किया है। ते आ लास्ट गल सुन लो, फिर मैं खिमा मंगन लगा, समा हो गया। महाराज जदों तुरे ना अंदर, कहंदे जिवें किसी बाप की संतान सुती हुंदी है, बाप सारी दिहाड़ी काम करके आउंदा है, अपनी पत्नी नूं कहंदा बच्चे कित्थे है? वो कहंदी है जी सौ गए है। बाप जांदा सुते होए बच्चिआं नूं वेखदा, उहदे मन नूं चैन आउंदा है भी चलो सुते ने। कहंदा महाराज सच्चे पातशाह होवेंगे। जदों महाराज ने वेख्या कुछ सिंघां दे हत्थां च तलवारां फेटी होईयां सन लड़ लड़ के, महाराज ने हत्थां चों तलवारां कढियां। वो लिखदा कहंदा गुरु गोबिंद सिंह ने सिंघां दे हत्थ चुम्मे हन। महाराज ने किसे नूं कहा मेरा सरदार, ये मेरा बादशाह, इनू लखां दी सरदारी दित्ती। हत्थ चुमदे है, ਸਿੰਘਾਂ ਦੇ ਜੂੜੇ ਸਵਾਰਦੇ ਹੈ, ਸਿੰਘਾਂ ਦੀਆਂ ਦਸਤਾਰਾਂ ਅੱਜ ਰਾਤ ਸਤਿਗੁਰਾਂ ਨੇ ਸਵਾਰੀਆਂ। ਪਿਆਰਿਓ ਅੱਜ ਰਾਤ ਜਿੰਨੇ ਕਥਾ ਸੁਣ ਰਹੇ ਹੋ ਆਪਣੇ ਕੇਸ ਸਵਾਰ ਕੇ ਸੌਇਓ, ਬੜੀ ਵੱਡੀ ਸਿੱਖਿਆ 'ਚ। ਕਿਉਂ ਜਦੋਂ ਅਸੀਂ ਸੌਂਦੇ ਹਾਂ ਕੇਸ ਖਿੱਲਰ ਜਾਂਦੇ ਆ, ਕਈ ਵਾਰੇ ਬੰਦੇ ਨੂੰ ਪਤਾ ਨਹੀਂ ਲੱਗਦਾ ਸੀਸ ਤੋਂ ਕੇਸ ਕੀ ਉਤਰ ਜਾਂਦੀ ਹੈ। ਮਹਾਰਾਜ ਨੇ ਵੇਖਿਆ ਮੇਰੇ ਬੱਚੇ ਸੁੱਤੇ ਨੇ, ਮੇਰੇ ਸਿੰਘ ਸੁੱਤੇ ਨੇ, इन्हां दे दस्तारे उतरे हुए है। आप रात गोडियां ते सिर रख के कल्ले कल्ले सिंह दा जूड़ा करके उहदी दस्तार सजाई सतगुरु ने। किड्डे वड्डे उन्हां दे सिर, किन्ने वड्डे उन्हां दे भाग होणगे जिन्हां दियां दस्तारां कलगीधर आप सजाउंदे आ। चुमा कभी हलकूम दहन झूमने बैठे, महाराज हथ झुमदे है। कहंदे जोगी अल्लाह यार खां लिखदा कहंदा सिखो शुक्र करिया करो, क्योंकि धन गुरु गोबिंद सिंह साहब सिखां दे पैरां वल आए। जदों छाले वेखे सतगुरां ने पैर भी चुम लए जी। किन्ना प्यार कीता साडे नाल। अज दी रात, अज वो रात है, कल नूं साहिबजादियां दा शहीदी दिन जी। 12 बजे बाबा जी बाबा अजीत सिंह जी की शहीदी हुंदी है। शाम 4 बजे बाबा जुझार सिंह जी की शहीदी होंदी है। उहदे तो अगे कल नूं जो जंग का प्रसंग है वो आपां कल नूं सरवण करांगे। मैं इन्हां दिनां च खास करके बेनती करांगा तुहाडे चरनां च, जिहड़े ते परिवार एक जी आउंदा है वो 2-2 3-3 जीआं नूं लैके आओ। क्यों तुसीं इत्थों कथा सुन के जाओगे, तुहाडा माहौल बनिया होना मन दा वधिया, घर जाके वो गल नहीं लभनी। आप आओ, अपने बच्चों नूं नाल लैके आओ, वो भी महाराज दे साहिबजादियां दा इतिहास सुनना। जे तुहाडा बच्चा कोई कविता बोल सकता है, कोई शब्द बोल सकता है, तो कथा तो बाद जरूर उन्हां बच्चों का समा लवाया जाएगा, ताकि साडे मनां दे विच महाराज दा प्यार वसे। अज साहिबजादे कित्थों लभणे आ? इन्हां बच्चों चों लभणे आ आपां सारिआं ने।
ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ। ਜ਼ਰੂਰ ਸਾਰੇ ਆਓ, ਵੱਧ ਚੜ੍ਹ ਕੇ ਆਓ। ਆਪਾਂ ਗੁਰੂ ਦੇ ਲਾਲਾਂ ਦੀ ਸ਼ਹੀਦੀ ਬਦਲੇ ਕੀ ਕਰ ਸਕਦੇ ਹਾਂ? ਥੋੜ੍ਹਾ ਸਮਾਂ ਵੀ ਨਹੀਂ ਕੱਢ ਸਕਦੇ ਆਪਾਂ, ਕੁਝ ਸਮਾਂ ਆ ਕੇ ਬਹਿਣਾ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਮੇਰੇ ਕੋਲ ਬਹੁਤ ਭੁੱਲਾਂ ਹੋਈਆਂ ਨੇ, ਭੁੱਲਾਂ ਦੀ ਮਾਫੀ ਬਖਸ਼ਿਓ। ਧੰਨ ਨੇ ਭਾਈ ਉਦੈ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਨਿਹੰਗ ਕੋਟਲਾ, ਵਾਹਿਗੁਰੂ ਕੋਟਲਾ ਨਿਹੰਗ ਖਾਂ ਵਾਲਾ ਨਿਹੰਗ ਖਾਂ, ਉਹਦੀ ਬੇਟੀ ਮੁਮਤਾਜ਼, ਫਿਰ ਭਾਈ ਬਚਿੱਤਰ ਸਿੰਘ ਜੀ। ਧੰਨ ਨੇ ਉਹ ਸਿੰਘ ਜਿਨ੍ਹਾਂ ਦੀਆਂ ਅੱਜ ਰਾਤ ਗੁਰੂ ਗੋਬਿੰਦ ਸਿੰਘ ਜੀ ਨੇ ਦਸਤਾਰਾਂ ਸਜਾਈਆਂ ਜੀ। ਛੋਟੀ ਗੱਲ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਆਪ ਪਰਮੇਸ਼ਰ ਦਾ ਰੂਪ ਹਨ। ਉਹ ਸਿੰਘਾਂ ਦੀਆਂ ਦਸਤਾਰਾਂ ਸਜਾ ਰਹੇ, ਪਿਆਰ ਕਰਦੇ ਆ। ਲਓ ਹੁਣ ਸੁਰਤ ਚੜ੍ਹੀ ਹੈ, ਚਮਕੌਰ ਦੀ ਗੜੀ ਦੇ ਵਿੱਚ ਲੈ ਕੇ ਜਾਓ। ਮਾਨੋ ਆਪਾਂ ਵੀ ਮਹਾਰਾਜ ਦੇ ਸੈਰ ਕਰਦਿਆਂ ਦੇ ਦਰਸ਼ਨ ਕਰ ਰਹੇ ਹਾਂ। ਤੇ 2 ਮਿੰਟ ਗੁਰਮੰਤਰ ਦਾ ਜਾਪ ਕਰ ਲਓ, ਫਿਰ ਦਾਸ ਖਿਮਾ ਮੰਗੇਗਾ। ਕੋਈ ਰਸਨਾ ਵਾਂਝੀ ਨਾ ਰਹੇ। ਮੇਰੀ ਬੇਨਤੀ 'ਚ ਇਹ ਨਹੀਂ ਵੀ ਸਾਡਾ ਸੁਰ ਨਹੀਂ ਰਲਿਆ ਅਸੀਂ ਕਿਵੇਂ ਬੋਲਾਂਗੇ, ਨਾ, ਕੋਈ ਰਸਨਾ ਵਾਂਝੀ ਨਾ ਰਹੇ। ਮਹਾਰਾਜ ਦੇ ਪਿਆਰ ਵਿੱਚ ਆਓ ਤੇ ਸਾਰੀ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ 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 ਹੋਰ ਗੱਜ ਕੇ ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਕੱਲ੍ਹ ਨੂੰ ਸ਼ਹੀਦੀ ਦਿਹਾੜਾ ਹੈ ਸਾਕਾ ਚਮਕੌਰ ਸਾਹਿਬ ਜੀ ਦਾ, ਵੱਡੇ ਸਾਹਿਬਜ਼ਾਦਿਆਂ ਦਾ ਔਰ 40 ਸਿੰਘਾਂ ਦਾ, ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਤੋਂ ਆਪਣੀ ਜਾਨ ਨਿਛਾਵਰ ਕੀਤੀ। हिंद में एक ही तीर्थ है यात्रा के लिए,
कटाए बाप ने बेटे जहां खुदा के लिए। महाराज साहब जी किरपा करन, भुल्लां चुकां दी माफी बख्शिश करियो। प्यार दे नाल गज के सारी संगत फतेह बुलाओ जी। खालसा वाहिगुरू जी की फतेह।